ਜਿਹੜੇ ਉਹ 3 ਖੇਤੀ ਕਾਨੂੰਨ ਸੀਗੇ ਕਾਲੇ ਕਾਨੂੰਨ ਉਹ ਵਾਪਸ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ, ਪਰ ਖੇਤੀ ਕਿਸਾਨੀ ਦਾ ਸੰਕਟ ਅਜੇ ਖਤਮ ਨਹੀਂ ਹੋਇਆ। ਉਸ ਸਾਡੇ ਸਾਥੀਆਂ ਨੂੰ ਇਹ ਲੱਗਦਾ ਕਿ ਜੇ MSP ਦਾ ਕਾਨੂੰਨ ਬਣ ਜੇ, ਖਰੀਦ ਦੀ ਗਰੰਟੀ ਦਾ ਕਾਨੂੰਨ, ਸ਼ਾਇਦ ਖੇਤੀ ਕਿਸਾਨੀ ਦਾ ਸੰਕਟ ਆ ਜਿਹੜਾ ਉਹ ਹੱਲ ਹੋ ਜਾਊਗਾ। ਹਾਂ ਬਾਈ, ਉਹਦੇ ਸੰਬੰਧ 'ਚ ਇੱਕ ਗੱਲ ਮੈਂ ਤੁਹਾਨੂੰ ਨੋਟ ਕਰਾਉਣੀ ਚਾਹੁੰਦਾ, ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ ਕਿ MSP ਦਾ ਜੇ ਕਾਨੂੰਨ ਬਣਦਾ ਕਿ ਚਲੋ ਅੱਜ ਇਹ 23 ਫਸਲਾਂ ਹੀ ਤੇ ਸਾਨੂੰ MSP ਦੇ ਰਹੇ ਨੇ, ਉਹਦੀ ਜੇ ਗਰੰਟੀ ਦਾ ਕਾਨੂੰਨ ਬਣਦਾ ਤਾਂ ਪੰਜਾਬ ਨੂੰ ਇੱਕ ਫਾਇਦਾ ਤਾਂ ਜ਼ਰੂਰ ਹੋਊਗਾ। ਉਹ ਫਾਇਦਾ ਕੀ ਹੋਊਗਾ ਕਿ ਸਾਡਾ ਜੀਰੀ ਤੋਂ ਖਹਿੜਾ ਛੁੱਟ ਸਕਦਾ ਔਰ ਅਸੀਂ ਧਰਤੀ ਹੇਠਲਾ ਪਾਣੀ ਬਚਾ ਸਕਦੇ ਹਾਂ। ਜੀਰੀ ਤੋਂ ਖਹਿੜਾ ਛੁੱਟਣ ਦਾ ਮਤਲਬ ਇਹ ਆ ਕਿ ਜੀਰੀ ਨੇ ਸਾਡੀ ਜ਼ਮੀਨ ਦਾ ਉਪਜਾਊਪਣ ਵੀ ਖਰਾਬ ਕਰਤਾ ਔਰ ਜੀਰੀ ਨੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਵੀ ਬਹੁਤ ਜ਼ਿਆਦਾ ਮੁਕਾਤਾ। ਪਰ ਹੁਣ ਇੱਕ ਸਰਵੇ ਆਇਆ ਪੰਜਾਬ ਦੇ ਪਾਣੀ ਦੇ ਬਾਰੇ 'ਚ ਔਰ ਉਸ ਸਰਵੇ ਦੇ ਵਿੱਚ ਸ਼ਾਇਦ ਪਿਛਲੇ ਦਿਨੀ ਉਹ ਸਰਵੇ ਦੀਆਂ ਰਿਪੋਰਟਾਂ ਵੀ ਲੱਗੀਆਂ ਨੇ, ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਊ ਕਿ ਪੰਜਾਬ ਕੋਲੇ 17 ਸਾਲ ਦਾ ਪਾਣੀ ਬਾਕੀ ਰਹਿ ਗਿਆ। ਕਿੰਨੇ ਦਾ? 17। ਔਰ ਜਿਵੇਂ ਆਪਣੇ ਪਹਿਲਾਂ ਕਹਿੰਦੇ ਹੁੰਦੇ ਵੀ ਬੰਨੇ ਦਿਨਾਂ ਨੂੰ ਕੁਛ ਨਹੀਂ ਲੱਗਦਾ, 17 ਸਾਲ ਕੋਈ ਬਾਹਲੀ ਚੀਜ਼ ਨਹੀਂ ਹੈਗੀ, ਇੱਕ ਦਿਨ ਰੋਜ਼ ਘਟਿਆ ਕਰੂ ਉਹਦੇ ਤੋਂ, ਠੀਕ। ਔਰ ਉਹ ਜਲਦੀ ਆ ਜਾਣਗੇ 17 ਸਾਲ। ਆਪਣੇ ਚੋਂ ਤਾਂ ਜਿਹੜੇ ਆਪਾਂ ਕੁਛ ਬਜ਼ੁਰਗ ਆ, ਆਪਣੇ ਚੋਂ ਤਾਂ ਕਿਸੇ ਨੇ ਦੇਖਣਾ ਜਾਂ ਨਹੀਂ ਦੇਖਣਾ, ਜਿਹੜੇ ਸਾਡੇ ਬੱਚੇ ਬੈਠੇ ਆ, ਨੌਜਵਾਨ ਬੈਠੇ ਆ, ਇਹਨਾਂ ਲਈ 17 ਸਾਲ ਕੋਈ ਖਾਸ ਗੱਲ ਨਹੀਂ ਹੈਗੀ। 17 ਸਾਲਾਂ 'ਚ ਅਗਰ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ, ਫਿਰ ਪਾਣੀ ਤਾਂ ਪੀਣ ਨੂੰ ਨਹੀਂ ਮਿਲਣਾ ਯਾਰ। ਖੇਤੀ ਵਾਲੀਆਂ ਤਾਂ ਗੱਲਾਂ ਛੱਡੋ, ਇੱਕ ਗੱਲ ਤਾਂ ਇਹ ਆ ਕਿ ਸਾਨੂੰ ਇੱਕ ਫਾਇਦਾ ਹੋਊਗਾ ਕਿ ਜੇ ਹੋਰਾਂ ਫਸਲਾਂ ਦੇ ਭਾਅ ਮਿਲਣ ਲੱਗ ਜਾਣ ਤਾਂ ਅਸੀਂ ਬਦਲਵੀਆਂ ਫਸਲਾਂ ਬੀਜਣੀਆਂ ਸ਼ੁਰੂ ਕਰ ਸਕਦੇ ਹਾਂ। ਪਰ ਜਿਹੜਾ ਲੋਕਾਂ ਨੂੰ, ਕੁਝ ਸਾਥੀਆਂ ਨੂੰ ਇਹ ਲੱਗਦਾ ਕਿ ਇਹਦੇ ਨਾਲ ਸਾਡਾ ਕਿਸਾਨੀ ਆ ਜਿਹੜਾ ਉਹਦਾ ਸੰਕਟ ਹੱਲ ਹੋ ਜੂ, ਉਹ ਨਹੀਂ ਹੱਲ ਹੋਣਾ। ਉਹ ਕਿਉਂ ਨਹੀਂ ਹੱਲ ਹੋਣਾ? ਕਿਉਂਕਿ ਭਾਅ ਬਣਨ ਵਾਲੇ ਵੀ ਉਹੀ ਨੇ ਔਰ ਖਰੀਦਣ ਵਾਲੇ ਵੀ ਉਹੀ ਨੇ। ਮਤਲਬ ਹੁਣ ਤਾਂ ਇੱਕ ਗੱਲ ਇਹ ਆ ਨਾ ਵੀ ਮੰਨ ਲਓ ਆਪਾਂ ਨੇ ਮੈਂਸ ਵੇਚਣੀ ਆ, ਉਹ ਵਪਾਰੀ ਜਿਹੜੇ ਨੇ ਖਰੀਦਣਾ ਉਹ ਮੈਨੂੰ ਪੁੱਛਦਾ ਵੀ ਬੋਲ ਵੀ ਕਿੰਨੇ ਮੰਗਦਾ, ਮੈਂ ਕਹਿ ਦੂੰ ਮੈਂ ਲੱਖ ਰੁਪਏ ਦੀ ਆ ਮੇਰੀ ਝੋਟੀ ਤੋਂ, ਕਰਦੇ ਕਰਾਉਂਦੇ ਸਾਡਾ ਸੌਦਾ 85,000 ਤੇ ਹੋ ਜਾਂਦਾ, 85,000 ਤੇ ਉਹ ਖਰੀਦ ਕੇ ਲੈ ਜਾਂਦਾ। ਹੁਣ ਫਿਰ ਜੇ ਇਹੀ ਜੀ ਕੰਡੀਸ਼ਨ ਆ ਗਈ, ਉਹ ਆਉਣੀ ਆ ਔਰ ਅਸੀਂ ਉਹਨੂੰ ਕੁਛ ਨਹੀਂ ਅਜੇ ਛੇੜ ਰਹੇ ਉਸ ਗੱਲ ਨੂੰ ਕਿ ਉਹ ਝੋਟੀ ਦਾ ਮੁੱਲ ਵੀ ਉਹੀ ਲਾਊ ਔਰ ਖਰੀਦ ਕੇ ਵੀ ਉਹੀ ਲੈ ਜੂ। ਜਾਣੀ ਸਾਡੀ ਕਣਕ ਦਾ ਮੁੱਲ ਕੀ ਲਾਉਣਾ ਇਹ ਵੀ ਕੇਂਦਰ ਸਰਕਾਰ ਨੇ ਲਾਉਣਾ ਔਰ ਅਸੀਂ ਕਹਿ ਰਹੇ ਹਾਂ ਖਰੀਦੇ ਵੀ ਕੇਂਦਰੀ। ਹੁਣ ਜਦੋਂ ਮੁੱਲ ਲਾਉਣ ਵਾਲਾ ਵੀ ਉਹੀ ਆ ਤੇ ਖਰੀਦਣ ਵਾਲਾ ਵੀ ਉਹੀ ਆ, ਉਹਦੇ 'ਚੋਂ ਸਾਡੇ ਪੱਲੇ ਕੀ ਆਊ ਇਹ ਤੁਸੀਂ ਆਪ ਹਿਸਾਬ ਲਾ ਲਓ। ਬਾਹਲਾ ਇਹਦੇ 'ਤੇ ਕੋਈ ਜਿਹੜਾ ਕਰਨ ਦੀ ਲੋੜ ਨਹੀਂ। ਯਾਨੀ ਜਿਹਦੇ 'ਚੋਂ ਆਪਾਂ ਨੂੰ ਇਹ ਲੱਗਦਾ ਇਹ ਹੱਲ ਨਹੀਂ ਹੈਗਾ ਕਿ MSP ਨਾਲ ਖੇਤੀ ਕਿਸਾਨੀ ਦਾ ਸੰਕਟ ਹੱਲ ਹੋ ਜਾਵੇ। ਹੱਲ ਕੀ ਹੈ ਇਹ ਸਾਰੇ ਗੱਲ ਦਾ? ਹੱਲ ਇਹ ਹੈ ਕਿ ਜਿਹੜਾ ਇਹ ਖੇਤੀ ਦਾ ਡਿਜ਼ਾਈਨ ਆ, ਜਿਹੜੇ ਹਿਸਾਬ ਦੀ ਖੇਤੀ ਅੱਜ ਅਸੀਂ ਕਰ ਰਹੇ ਹਾਂ, ਇਹਨੂੰ ਉਦਯੋਗਿਕ ਖੇਤੀ ਵੀ ਕਿਹਾ ਜਾਂਦਾ ਔਰ ਇਹਨੂੰ ਰਸਾਇਣਿਕ ਖੇਤੀ ਵੀ ਕਿਹਾ ਜਾਂਦਾ। ਉਦਯੋਗਿਕ ਖੇਤੀ ਕਿਉਂ ਕਹਿੰਦੇ ਆ ਅਸੀਂ ਇਹਨੂੰ, ਇਹਦਾ ਨਾਮ ਕਿਉਂ ਦਿੱਤਾ ਜਾਂਦਾ? ਕਿਉਂਕਿ ਜਿੰਨੀਆਂ ਵੀ ਚੀਜ਼ਾਂ ਅੱਜ ਖੇਤੀ ਦੇ ਵਿੱਚ ਵਰਤੀਆਂ ਜਾ ਰਹੀਆਂ ਨੇ ਉਹ ਜਾਂ ਤਾਂ ਕੰਪਨੀਆਂ ਦੇ ਰਹੀਆਂ ਨੇ ਜਾਂ ਉਦਯੋਗ ਦੇ ਰਿਹਾ। ਬੀ ਕੰਪਨੀ ਦਾ, ਰੇ ਕੰਪਨੀ ਦਾ, ਸਪਰੇ ਕੰਪਨੀ ਦੀ, ਟਰੈਕਟਰ ਕੰਪਨੀ ਦਾ, ਟਰੈਕਟਰ ਦੇ ਸੰਦ ਕੰਪਨੀ ਦੇ, ਡੀਜ਼ਲ ਕੰਪਨੀ ਦਾ, ਪੈਟਰੋਲ ਕੰਪਨੀ ਦਾ, ਮਤਲਬ ਜੋ ਵੀ ਅਸੀਂ ਵਰਤ ਰਹੇ ਹਾਂ ਖੇਤੀ 'ਚ ਖਾਸ ਕਰ, ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੁਹੱਈਆ ਕੌਣ ਕਰਾ ਰਿਹਾ? ਉਹ ਕਰਾ ਰਹੀਆਂ ਨੇ ਕੰਪਨੀਆਂ, ਕਾਰਖਾਨੇ, ਜਿਨ੍ਹਾਂ ਕੰਪਨੀਆਂ ਦੇ ਬੜੇ ਬੜੇ ਉਦਯੋਗ ਨੇ। ਪਹਿਲਾਂ ਫੋਰਡ ਟਰੈਕਟਰ ਹੀ ਆਪਾਂ ਨੂੰ ਪਤਾ ਲੱਗਦਾ ਸੀ ਕਿਉਂਕਿ ਫੋਰਡ ਇੱਕ ਇੰਟਰਨੈਸ਼ਨਲ ਕੰਪਨੀ ਆ।
ਔਰ ਹੁਣ ਅੱਜ ਕੱਲ੍ਹ ਆਪਣੇ ਪਿੰਡਾਂ 'ਚ ਜੌਨ ਡੀਅਰ ਦਾ ਰਿਵਾਜ ਚੱਲ ਪਿਆ। ਜੌਨ ਡੀਅਰ ਵੀ ਇੰਗਲੈਂਡ ਦੀ ਕੰਪਨੀ ਆ, ਇੰਟਰਨੈਸ਼ਨਲ ਕੰਪਨੀ, ਠੀਕ ਹੈ ਨਾ। ਹੁਣ ਅਸੀਂ ਸਾਰੀਆਂ ਸਾਨੂੰ ਉਹ ਚੀਜ਼ਾਂ ਦੇ ਰਹੇ ਨੇ ਕਿ ਤੁਸੀਂ ਸਾਡੀਆਂ ਇਹ ਚੀਜ਼ਾਂ ਵਰਤ ਕੇ ਖੇਤੀ ਕਰੋ। ਔਰ ਉਹਦੇ 'ਚ ਚੱਕਰ ਕੀ ਪੈ ਰਿਹਾ ਕਿ ਜਿਹੜੀਆਂ ਅਸੀਂ ਮਾਰਕੀਟ ਦੇ ਵਿੱਚੋਂ ਚੀਜ਼ਾਂ ਖਰੀਦਦੇ ਹਾਂ ਕੰਪਨੀਆਂ ਦੀਆਂ, ਚਾਹੇ ਬੀਜ ਖਰੀਦੀਏ ਚਾਹੇ ਰੇਹ ਖਰੀਦੀਏ, ਉਹਦੇ ਤੇ ਜਿਹੜਾ ਕੀਮਤ ਤੈਅ ਕੰਪਨੀ ਕਰਦੀ ਆ। ਔਰ ਉਹਦੇ ਤੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਜਾਣਦੇ ਨੇ, ਉਹਦੇ ਤੇ ਲਿਖਿਆ ਹੁੰਦਾ MRP। ਉਹਦਾ ਮਤਲਬ ਆ ਮੈਕਸਿਮਮ ਰਿਟੇਲ ਪ੍ਰਾਈਸ, ਵੱਧੋ ਵੱਧ ਮੁੱਲ। ਇਹੀ ਲਿਖਿਆ ਹੁੰਦਾ ਨਾ। ਈਵਨ ਅਸੀਂ ਬੈਰਿੰਗ ਵੀ ਲੈਣ ਵਗ ਜੀਏ, ਬੈਰਿੰਗ ਤੇ ਵੀ MRP ਲਿਖਿਆ ਹੁੰਦਾ। ਔਰ ਜਦੋਂ ਅਸੀਂ ਸਾਰੀਆਂ ਚੀਜ਼ਾਂ ਵੱਧ ਤੋਂ ਵੱਧ ਮੁੱਲ ਤੇ ਖਰੀਦ ਕੇ ਖੇਤੀ ਦੇ ਵਿੱਚ ਉਹ ਵਰਤ ਰਹੇ ਹਾਂ, ਤੇ ਫਿਰ ਸਾਡੀ ਜਿਹੜੀ ਉਪਜ ਆ, ਚਾਹੇ ਅਸੀਂ ਕਣਕ ਪੈਦਾ ਕਰ ਲਈਏ, ਚੌਲ ਕਰ ਲਈਏ, ਕਪਾਹ ਕਰ ਲਈਏ, ਨਾਰਮਾ ਕਰ ਲਈਏ, ਜੋ ਮਰਜ਼ੀ ਕਰ ਲਈਏ, ਉਹਨੂੰ ਅਸੀਂ ਘੱਟੋ ਘੱਟ ਸਹਾਇਕ ਕੀਮਤ ਤੇ ਵੇਚਣ ਲਈ ਤਿਆਰ ਆ। ਔਰ ਅਸੀਂ ਖੁਦ ਕਹਿ ਰਹੇ ਹਾਂ ਕਿ ਸਰਕਾਰ MSP ਦਾ ਕਾਨੂੰਨ ਬਣਾ ਦੇ, ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ। ਇਹਦਾ ਮਤਲਬ ਜਦੋਂ ਤੁਸੀਂ ਵੱਧੋ ਵੱਧ ਮੁੱਲ ਤੇ ਤਾਂ ਚੀਜ਼ਾਂ ਲੈਂਦੇ ਹੋ, ਘੱਟੋ ਘੱਟ ਮੁੱਲ ਤੇ ਤੁਸੀਂ ਆਪਦੀ ਫਸਲ ਵੇਚਣ ਲਈ ਤਿਆਰ ਹੋ, ਫਿਰ ਅਸੀਂ ਕਹੀਏ ਵੀ ਯਾਰ ਸਾਡਾ ਖੇਤੀ ਕਿਸਾਨੀ ਦਾ ਸੰਕਟ ਹੱਲ ਹੋ ਜੂ ਜਾਂ ਸਾਡਾ ਕਰਜ਼ਾ ਉਤਰ ਜੂ। ਮਤਲਬ ਇਹ ਚੀਜ਼ਾਂ ਦਾ ਇਹ ਮਤਲਬ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੇ ਡੂੰਘਾਈ ਨਾਲ ਸੋਚ ਹੀ ਨਹੀਂ ਰਹੇ, ਕਿਉਂਕਿ ਅਲੱਗ-ਅਲੱਗ ਯੂਨੀਅਨ ਦੇ ਤੁਸੀਂ ਸਾਥੀ ਬੈਠੇ ਹੋ। ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਇਹਨਾਂ ਚੀਜ਼ਾਂ 'ਚ ਜਿੰਨਾ ਚਿਰ ਸਾਡੀ ਯੂਨੀਅਨਾਂ ਦੇ ਵਿੱਚ ਚਰਚਾ ਨਹੀਂ ਚੱਲਦੀ ਕਿ ਯਾਰ ਸਾਨੂੰ ਫਾਇਦਾ ਤਾਂ ਦੱਸੋ ਕੀ ਹੋਊ, ਸਾਡੀ ਜਥੇਬੰਦੀ ਇਹ ਸਮਝਦੀ ਆ ਕਿ ਜਿੰਨਾ ਚਿਰ ਤੁਸੀਂ ਕੁਦਰਤੀ ਖੇਤੀ ਤੇ ਨਹੀਂ ਆਉਂਦੇ, ਜਿੰਨੇ ਵੀ ਇਹ ਕੰਪਨੀਆਂ ਵਾਲੇ ਪ੍ਰੋਡਕਟ ਖਰੀਦਣੋਂ ਨਹੀਂ ਹਟਦੇ, ਉਹਨਾਂ ਚਿਰ ਸਾਡਾ ਛੁਟਕਾਰਾ ਨਹੀਂ ਹੋਣਾ। ਕੁਦਰਤੀ ਖੇਤੀ ਦਾ ਮਤਲਬ ਆ ਕਿ ਕੋਈ ਵੀ ਬਾਜ਼ਾਰੋਂ ਚੀਜ਼ ਨਹੀਂ ਲਿਆਉਣੀ। ਮਤਲਬ ਕੁਦਰਤੀ ਖੇਤੀ ਕਿਸ ਖੇਤੀ ਨੂੰ ਕਿਹਾ ਜਾਂਦਾ ਕਿ ਬਾਜ਼ਾਰ ਚੋਂ ਨਹੀਂ ਕੁਛ ਲੈ ਕੇ ਆਉਣਾ। ਬਾਜ਼ਾਰ ਨੂੰ ਤਾਂ ਅਗਰ ਤੁਹਾਡੇ ਕੋਲੇ ਵੱਧ ਗਿਆ ਤਾਂ ਦੇਣਾ, ਔਰ ਉਹ ਦੇਣਾ ਜਿਹੜਾ ਉਹ ਆਪਣੀ ਕੀਮਤ ਤੇ ਦੇਣਾ ਬਾਜ਼ਾਰ ਨੂੰ, ਬਾਜ਼ਾਰ ਤੋਂ ਕੀਮਤ ਨਹੀਂ ਲਵਾਉਣੀ ਉਹਦੀ। ਕਿ ਹੁਣ ਜਿਵੇਂ ਸਾਡੇ ਵਾਲੀ ਬੋਲੀ ਲਾਉਂਦੇ ਨੇ, ਉਹ ਤਾਂ ਬਾਣੀਆ ਜਿਹੜਾ ਵਪਾਰੀ ਆ, ਵਪਾਰੀ ਕੀਮਤ ਲਾ ਰਿਹਾ ਨਾ। ਜੇ ਅਸੀਂ ਕੁਦਰਤੀ ਖੇਤੀ ਤੇ ਆਵਾਂਗੇ ਤਾਂ ਉਹਦੀ ਕੀਮਤ ਅਸੀਂ ਖੁਦ ਲਾਵਾਂਗੇ ਕਿ ਆਹ ਕਣਕਾਂ ਇੰਨੇ ਨੂੰ ਦੇਵਾਂਗੇ, 2000 ਨੂੰ ਕਹੀਏ, 2500 ਨੂੰ ਕਹੀਏ, 3200 ਨੂੰ ਕਹੀਏ, ਜਿੰਨੇ ਨੂੰ ਮਰਜ਼ੀ ਕਹੀਏ, ਜਿੰਨੇ ਨੂੰ ਸਾਨੂੰ 12 ਖਾਊਗੀ। ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ 5000 ਮੰਗ ਲਾਂਗੇ, 7 ਮੰਗ ਲਾਂਗੇ, ਕਿਉਂਕਿ ਖਾਣ ਵਾਲੀਆਂ ਚੀਜ਼ਾਂ ਦਾ ਇੰਨਾ ਜ਼ਿਆਦਾ ਰੇਟ ਨਹੀਂ ਹੁੰਦਾ। ਹੁਣ ਕੁਦਰਤੀ ਖੇਤੀ ਤੇ ਆਇਆ ਕਿਵੇਂ ਜਾਵੇ, ਰੌਲਾ ਇਹ ਆ। ਮਤਲਬ ਬਹੁਤ ਸਾਰੀਆਂ ਯੂਨੀਅਨਾਂ ਨੇ ਜਿਹੜੀਆਂ, ਉਹਨਾਂ ਨਾਲ ਸਾਰੀਆਂ ਜਿੰਨੀਆਂ ਆਪਣੀਆਂ ਪੰਜਾਬ ਦੀਆਂ ਯੂਨੀਅਨਾਂ ਨੇ, ਕਰੀਬ ਕਰੀਬ ਜਿਹੜੇ ਇਹਨਾਂ ਦੇ ਮੇਨ ਲੀਡਰ ਨੇ, ਸਾਡੀ ਸਾਰਿਆਂ ਨਾਲ ਇਹ ਚਰਚਾ ਹੋਈ ਆ ਵੀ ਦੱਸੋ ਆਹ ਰੋਜ਼ ਸੰਘਰਸ਼ ਕਰਕੇ, ਤੱਪੜ ਵਿਛਾ ਕੇ, ਦਰੀਆਂ ਵਿਛਾ ਕੇ ਆਪਾਂ ਕਿੰਨਾ ਕੁ ਚਿਰ ਚੱਲਾਂਗੇ। ਔਰ ਫਿਰ ਇੱਕ ਮੁੱਦਾ ਖਤਮ ਹੋ ਗਿਆ, ਗੱਲ ਖਤਮ ਹੋ ਜਾਂਦੀ ਆ। ਹੁਣ ਤੁਸੀਂ ਇਹ ਦੇਖੋ ਕਿ 3 ਕਾਨੂੰਨਾਂ ਦਾ ਮੁੱਦੇ ਤੇ ਲੋਕ ਇਕੱਠੇ ਹੋਏ ਔਰ ਉਹ ਮੁੱਦਾ ਖਤਮ ਹੋਇਆ, ਨਾਲ ਦੀ ਨਾਲ ਚੋਣਾਂ ਆ ਗਈਆਂ। ਸਾਰੀ ਜਨਤਾ ਜਿਹੜੀ ਉੱਥੇ ਬੈਠੀ ਸੀ ਅਲੱਗ-ਅਲੱਗ ਪਾਰਟੀਆਂ 'ਚ ਵੰਡ ਗਈ। ਹੁਣ ਕੋਈ ਮੰਨੇ ਨਾ ਮੰਨੇ, ਸਾਰੀਆਂ ਯੂਨੀਅਨਾਂ ਦੇ ਬੰਦਿਆਂ ਨੇ ਅਲੱਗ-ਅਲੱਗ ਪਾਰਟੀਆਂ ਦੀ ਸਪੋਰਟ ਕੀਤੀ ਔਰ ਅਸੀਂ ਉਹਨਾਂ ਪਾਰਟੀਆਂ ਨੇ ਫਿਰ ਸਾਡੀਆਂ ਨੀਤੀਆਂ ਬਣਾਉਣੀਆਂ ਨੇ। ਕਿਉਂਕਿ ਆਮ ਤੌਰ ਤੇ ਇਹ ਹੁੰਦਾ ਵੀ ਜੇ ਸਾਨੂੰ ਘੜੇ ਦੀ ਲੋੜ ਆ ਫਿਰ ਘੁਮਿਆਰਾਂ ਦੀ ਜਾਣਾ ਪੈਂਦਾ, ਜਦੋਂ ਵੋਟਾਂ ਆ ਜਾਂਦੀਆਂ ਨੇ ਰਾਜਨੀਤਿਕ ਪਾਰਟੀਆਂ ਪਿੱਛੇ ਜਾਣਾ ਪੈਂਦਾ ਲੋਕਾਂ ਨੂੰ, ਜਾਣਗੇ ਕਿੱਥੇ ਵੋਟ। ਇਸ ਕਰਕੇ ਸਵਾਲ ਇਹ ਆ ਕਿ ਇੱਕ ਐਸੀ ਕੋਈ ਗੱਲ ਕਿ ਕੁਦਰਤੀ ਖੇਤੀ ਆ ਜਿਹੜੀ, ਇਹ ਇੱਕ ਐਸੀ ਖੇਤੀ ਆ ਜਿਹੜੀ ਸਾਡੇ ਵਾਤਾਵਰਨ ਨੂੰ ਵੀ ਬਚਾ ਸਕਦੀ ਆ ਔਰ ਸਾਡੀ ਸਿਹਤ ਨੂੰ ਵੀ ਬਚਾ ਸਕਦੀ ਆ, ਸਾਡੇ ਭੋਜਨ ਦੀ ਗਰੰਟੀ ਵੀ ਕਰ ਸਕਦੀ ਆ। ਹੁਣ ਤਾਂ ਸਥਿਤੀ ਇਹ ਹੋ ਪਈ ਆ ਕਿ ਜਿੰਨੇ ਮਰਜ਼ੀ ਪੈਸੇ ਵੱਟ ਲਓ ਯਾਰ, ਤੁਹਾਡੇ ਕਿਸੇ ਨਾ ਕਿਸੇ ਤਰੀਕੇ ਨਾਲ ਡਾਕਟਰਾਂ ਨੇ ਲੈ ਜਾਣੇ, ਟੈਸਟਾਂ ਵਾਲਿਆਂ ਨੇ ਲੈ ਜਾਣੇ ਨੇ, ਬਿਮਾਰੀਆਂ ਵਾਲਿਆਂ ਨੇ ਲੈ ਜਾਣੇ। ਹੁਣ ਤਾਂ ਸਾਰਾ ਸਮਾਜ ਆ ਜਿਹੜਾ ਬਿਮਾਰ ਹੋਇਆ ਪਿਆ, ਗੋਲੀਆਂ ਟਿੱਕੀਆਂ ਤੋਂ ਬਿਨਾਂ ਕੰਮ ਨਹੀਂ ਚੱਲਦਾ।
ਈਵਨ ਲੋਕਾਂ 'ਚ ਇੰਨੀ ਜ਼ਿਆਦਾ ਟੈਨਸ਼ਨ ਆ। ਬਹੁਤ ਸਾਰੇ ਸਾਡੇ ਭਰਾ ਐਸੇ ਨੇ ਜਿਨ੍ਹਾਂ ਨੂੰ ਗੋਲੀ ਖਾਦੇ ਦੇ ਨਾ ਨੀਂਦ ਨਹੀਂ ਆਉਂਦੀ। ਹੁਣ ਜਦੋਂ ਸਾਡੇ ਖੇਤੀ ਕਿਸਾਨੀ ਕਰਨ ਵਾਲੇ ਲੋਕਾਂ ਦੇ ਨੀਂਦ ਆਉਣੋਂ ਹਟ ਗਈ। ਪਹਿਲਾਂ ਤਾਂ ਆਪਾਂ ਨੂੰ ਐਂ ਨਹੀਂ ਸੀ ਪਤਾ ਲੱਗਦਾ ਹੁੰਦਾ, ਜਦੋਂ ਖੇਤੋਂ ਆ ਕੇ ਡਿੱਗ ਪੈਂਦੇ ਹੁੰਦੇ ਵੀ ਦਿਨ ਕਦੋਂ ਚੜ੍ਹ ਗਿਆ ਜਾਂ ਭਾਈ ਜੀ ਕਦੋਂ ਬੋਲ ਗਿਆ। 4 ਵਜੇ ਜਾਗ ਖੁੱਲਦੀ ਹੁੰਦੀ ਸੀ। ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਓ, ਭਾਵੇਂ ਬਜ਼ੁਰਗ ਖਾਲ 'ਚ ਪਏ ਤੇ ਖਾਲ 'ਚ ਸੌ ਜਾਂਦੇ, ਖਾਲ 'ਚ ਸੌ ਜਾਂਦੇ ਸੀਗੇ, ਕਿਉਂਕਿ ਨੀਂਦ ਮੂਹਰੇ ਕਹਿੰਦੇ ਬਿਸਤਰਾ ਨਹੀਂ ਹੁੰਦਾ ਹੈ। ਨੀਂਦ ਨੂੰ ਬਿਸਤਰਿਆਂ ਦੀ ਜ਼ਰੂਰਤ ਨਹੀਂ ਹੁੰਦੀ, ਨੀਂਦ ਨੂੰ ਗੋਲੀਆਂ ਦੀ ਜ਼ਰੂਰਤ ਨਹੀਂ ਹੁੰਦੀ। ਇਹ ਚੱਕਰ ਤਾਂ ਪੈ ਗਿਆ ਕਿ ਬੰਦਾ ਜਦੋਂ ਪੈਂਦਾ ਉਹਦੇ ਸਾਰੀ ਚੱਕਰੀ ਘੁੰਮਣ ਲੱਗ ਜਾਂਦੀ ਆ ਕਿ ਫਲਾਣੇ ਦਾ ਆਏ ਆ, ਧੀਕੜੇ ਦਾ ਆਏ ਆ, ਇਹ ਕਿਹੜੇ ਬੱਚਾ ਐ ਹੋ ਗਿਆ, ਕੁੜੀ ਦਾ ਰੌਲਾ ਆ ਪੈ ਗਿਆ, ਫਲਾਣੇ ਥਾਂ ਆਏ ਹੋ ਗਿਆ। ਮਤਲਬ ਉਹਨੂੰ ਨੀਂਦ ਆਉਣ ਵੇਲੇ ਤਾਂ ਦਿਮਾਗ ਤਾਂ ਉਹਦਾ ਖਾਲੀ ਹੁੰਦਾ ਹੀ ਨਹੀਂ, ਉਹ ਤਾਂ ਘੁੰਮੀ ਜਾਂਦੀ ਹੈ ਚੱਕਰੀ। ਫਿਰ ਉਹ ਚੱਕਰੀ ਹਟਾਉਣ ਲਈ ਜਾਂ ਤਾਂ ਡਾਕਟਰਾਂ ਦੀਆਂ ਗੋਲੀਆਂ ਖਾਓ ਜਾਂ ਭਾਈ ਆਪਦੀ ਘਰ ਦੀ ਕੱਢ ਕੇ ਪੀ ਲਓ ਜਾਂ ਠੇਕੇ ਦੀ ਪੀ ਲਓ। ਕਹਿੰਦੇ ਵੀ ਫੇਰ ਨੀਂਦ ਆਉਂਦੀ, ਠੀਕ ਹੈ ਨਾ। ਫੇਰ ਲੋਕਾਂ ਨੂੰ ਨੀਂਦ ਆਉਂਦੀ ਹੈ ਇਹ ਕੁਛ ਕਰਕੇ। ਕਈਆਂ ਨੂੰ ਮੈਂ ਪੁੱਛਦਾ, ਇੱਕ ਨੂੰ ਮੈਂ ਕਿਹਾ, ਮੈਂ ਯਾਰ ਤੂੰ ਕਿਉਂ ਦਾਰੂ ਪੀਣਾ? ਕਹੇ ਮੈਂ ਠੇਕੇ ਦੀ ਥੋੜੀ ਪੀਣਾ, ਮੈਂ ਤਾਂ ਬਿਲਕੁਲ ਜਮਾ ਜਿਵੇਂ ਤੁਸੀਂ ਕੁਦਰਤੀ ਬਣਾ ਕੇ ਪੀਣਾ। ਮੈਂ ਕਿਹਾ ਕੁਦਰਤੀ ਯਾਰ ਕਿਵੇਂ ਬਣਦੇ? ਕਹਿੰਦਾ ਉਹਦੇ ਚੌਲੇ ਪਾ ਲੈਣਾ, ਬੇੜੇ ਪਾ ਲੈਣਾ, ਫਲਾਨਾ ਪਾ ਲੈਣਾ, ਦਵਾਈ ਬਣਾ ਕੇ ਪੀਣਾ ਜੀ। ਮੈਂ ਤਾਂ ਮਤਲਬ ਠੀਕ ਹੈ, ਠੀਕ। ਉਹ ਪੀਣਾ ਤਾਂ ਵੀ ਨਹੀਂ ਦਿੰਦੀ। ਤਾਂ ਇਹਦਾ ਮਤਲਬ ਇਹ ਹੈ ਕਿ ਕੁਦਰਤੀ ਖੇਤੀ ਕਿਵੇਂ ਕੀਤੀ ਜਾਵੇ। ਇੱਕ ਤਾਂ ਇਹ ਆ ਕਿ ਹੁਣੀ ਇੱਕ ਰਿਪੋਰਟ ਆਈ ਆ UN ਦੀ, ਉਹਨਾਂ ਨੇ ਕਿਹਾ ਕਿ ਆਉਣ ਵਾਲੇ ਜਿਹੜੇ 2 ਦਹਾਕੇ ਨੇ ਪਰ 40 ਸਾਲ ਤੱਕ ਖੇਤੀ ਕਿਸਾਨੀ ਦੀ ਸਭ ਤੋਂ ਮਾੜੇ ਹੋਣਗੇ। ਉਹਦਾ ਕਾਰਨ ਇਹ ਆ ਕਿ ਜਾਂ ਤਾਂ ਬਹੁਤ ਜ਼ਿਆਦਾ ਗਰਮੀ ਪਊਗੀ, ਜਾਂ ਬਹੁਤ ਜ਼ਿਆਦਾ ਸੋਕਾ ਪਊ, ਜਾਂ ਬਹੁਤ ਜ਼ਿਆਦਾ ਮੀਂਹ ਪਊ। ਮਤਲਬ ਜਿਹੜੀਆਂ ਸਾਡੀਆਂ ਰੁੱਤਾਂ ਨੇ ਹੁਣ ਤੱਕ, ਪਰ ਸਾਡਾ ਮੁਲਕ ਇੱਕ ਐਸਾ ਮੁਲਕ ਮੰਨਿਆ ਗਿਆ ਜਿਹਦੇ 'ਚ 12 ਰੁੱਤਾਂ ਨੇ। ਕਿਸੇ ਕੋਲੇ 12 ਰੁੱਤਾਂ ਨਹੀਂ ਹੈਗੀਆਂ। ਤੁਸੀਂ ਇਹ ਦੇਖੋ ਵੀ ਜਿਹੜੇ ਅੰਗਰੇਜ਼ ਸੀ ਉਹ ਉਰੇ ਆਏ, ਕੋਈ ਆਪਣਾ ਯਾਰ ਉੱਥੇ ਕਿਉਂ ਨਹੀਂ ਗਿਆ ਪਹਿਲਾਂ? ਕਿਉਂਕਿ ਜਿਹੜੀ ਸਾਡੇ ਉਰੇ ਜ਼ਿੰਦਗੀ ਸੀ ਨਾ, 12 ਰੁੱਤਾਂ ਵਾਲੀ ਜ਼ਿੰਦਗੀ ਸੀ ਸਾਡੇ। ਉਹ ਤਾਂ ਹੈਰਾਨ ਹੁੰਦੇ ਸੀ ਵੀ ਯਾਰ ਇਹੋ ਜਿਹਾ ਮੁਲਕ ਯਾਰ, ਕਿਉਂਕਿ ਉੱਥੇ ਤਾਂ 6 ਮਹੀਨੇ ਬਰਫੀ ਪਈ ਜਾਂਦੀ ਆ। ਅੱਜ ਵੀ ਤੁਸੀਂ ਜਿਹੜੇ ਕੈਨੇਡਾ 'ਚ ਆਪਣੇ ਬੱਚੇ ਗਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਸਾਲ 'ਚ 1 ਫਸਲ ਹੁੰਦੀ ਆ ਕੈਨੇਡਾ 'ਚ, 2 ਨਹੀਂ ਹੁੰਦੀਆਂ। ਅਸੀਂ 3 ਲੈ ਕੇ ਚੌਥੀ ਲੈਣ ਨੂੰ ਤਿਆਰ ਆ। ਔਰ ਉਹ ਹੈਰਾਨ ਨੇ ਯਾਰ, ਕਿਉਂਕਿ 6 ਮਹੀਨੇ ਤੋਂ ਜ਼ਿਆਦਾ ਸਮਾਂ ਬਰਫ਼ ਪਈ ਗਈ ਜਿਹੜੀ ਉੱਥੇ। ਤੁਸੀਂ ਕੀ ਬੀਜ ਲਓਗੇ, ਕੀ ਉੱਥੇ ਤੁਸੀਂ ਖੇਤੀ ਕਰ ਲਓਗੇ? ਜਦੋਂ ਬਰਫ਼ ਪਿਘਲੂਗੀ ਫਿਰ ਤੁਸੀਂ ਕੁਛ ਬੀਜੋਗੇ, ਫਿਰ ਉਹ ਉਗਰੂਗੀ। ਉਹ ਪੱਕਣ ਤੋਂ ਪਹਿਲਾਂ ਮਤਲਬ ਬਰਫ਼ ਪੈਣ ਦੁਬਾਰਾ ਜਿਹੜੀ ਸ਼ੁਰੂ ਹੁੰਦੀ ਆ, ਉਦੋਂ ਪਹਿਲਾਂ ਉਹ ਵੱਢਣੀ ਪਊ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਐਸੇ ਗਰਮ ਏਰੀਏ ਬਣ ਰਹੇ ਨੇ ਅਲੱਗ-ਅਲੱਗ ਦੁਨੀਆ ਦੇ ਹਿੱਸਿਆਂ ਦੇ ਵਿੱਚ, ਖਾਸ ਤੌਰ 'ਤੇ ਆਪਣੇ ਦੱਖਣੀ ਏਸ਼ੀਆ ਦੇ ਵਿੱਚ ਜਾਂ ਆਪਣੇ ਹਿੰਦੁਸਤਾਨ ਦੇ ਵਿੱਚ, ਜਿਹਦੇ 'ਚ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦੀ ਪੈਦਾਵਾਰ ਘਟਣੀ ਹੈ। ਭਾਵੇਂ ਕੋਈ ਕਰੀ ਜਾਓ, ਜਿੰਨਾ ਮਰਜ਼ੀ ਰੇਹ ਪਾ ਲਿਓ, ਜਿੰਨੀ ਮਰਜ਼ੀ ਸਪਰੇਅ ਕਰ ਲਿਓ, ਨਹੀਂ ਕੰਟਰੋਲ ਹੋਣਾ। ਇਸ ਕਰਕੇ ਇੱਕ ਕੁਦਰਤੀ ਖੇਤੀ ਦਾ ਇੱਕ ਨਵਾਂ ਡਿਜ਼ਾਈਨ ਸਾਹਮਣੇ ਆਇਆ। ਮੈਂ ਉਹਦੇ ਬਾਰੇ ਤੁਹਾਡੇ ਨਾਲ 5-7 ਗੱਲਾਂ ਕਰਨੀਆਂ ਨੇ। ਫਿਰ ਲੰਬਾ ਸਮਾਂ ਆਪਾਂ ਚਲਾਉਣਾ ਨਹੀਂ ਕੰਮ, ਕਿਉਂਕਿ ਜਾਣਾ ਕੁਛ ਬੰਦਿਆਂ ਨੇ। ਜਿਹੜੇ ਬੈਠੇ ਰਹਿ ਗਏ ਉਹਨਾਂ ਨਾਲ ਲੰਮਾ ਸਮਾਂ ਵੀ ਕਰ ਸਕਦੇ ਹਾਂ, ਮੈਨੂੰ ਐਡੀ ਕੋਈ ਜਲਦੀ ਨਹੀਂ। ਜਿਹੜਿਆਂ ਨੇ ਬੈਠ ਕੇ ਹੋਰ ਜ਼ਿਆਦਾ ਸੁਣਨਾ ਹੋਇਆ ਉਹ ਸੁਣ ਸਕਦੇ। ਇਹ ਜਿਹੜਾ ਖੇਤੀ ਦਾ ਡਿਜ਼ਾਈਨ ਦੀ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ, ਇਹਦੇ 'ਚ ਕੀ ਆ, ਇਹ ਇੱਕ ਮਤਲਬ ਬਹੁਤ ਹੀ ਅਜੀਬ ਕਿਸਮ ਦਾ ਖੇਤੀ ਡਿਜ਼ਾਈਨ ਆ, ਜਿਹਦੇ 'ਚ ਉਹਨਾਂ ਦਾ ਇਹ ਵੀ ਦਾਅਵਾ ਕਿ ਕੋਈ ਗੋਹਾ, ਕੋਈ ਪਿਸ਼ਾਬ, ਕੋਈ ਚੀਜ਼ ਪਾਉਣ ਦੀ ਲੋੜ ਨਹੀਂ, ਸਿਰਫ ਤੁਹਾਡੇ ਖੇਤ ਦੇ ਵਿੱਚ ਜੋ ਹੈ ਉਹੀ ਪਾਉਣਾ। ਉਹ ਕੀ ਆ, ਉਹ ਡਿਜ਼ਾਈਨ ਕੀ ਆ, ਕਿਵੇਂ ਉਹਦੇ ਤੇ ਆਪਾਂ ਚਾ ਸਕਦੇ ਹਾਂ। ਮੰਨ ਲਓ ਆਪਾਂ 1 ਕਿੱਲਾ ਉਸ ਡਿਜ਼ਾਈਨ ਤੇ ਕਰਨਾ ਚਾਹੁੰਦੇ ਹਾਂ, ਤਾਂ ਉਹਦਾ ਇੱਕ ਫਾਰਮੂਲਾ, ਉਹਦੇ 4-5 ਸਟੈਪ ਨੇ ਜਾਣੇ ਜਿਹੜੇ ਲੈਣੇ ਪੈਣਗੇ। ਪਹਿਲਾ ਸਟੈਪ ਉਹਦਾ ਇਹ ਹੋਊਗਾ ਉਸ ਡਿਜ਼ਾਈਨ ਦਾ ਕਿ ਤੁਹਾਡਾ ਖੇਤ ਆ ਜਿਹੜਾ ਉਹ ਪੱਧਰ ਹੋਣਾ ਚਾਹੀਦਾ। ਉਹਦੇ 'ਚ ਤਾਂ ਆਪਾਂ ਨੂੰ ਕੋਈ ਸਮੱਸਿਆ ਨਹੀਂ। ਦੇਖੋ ਹਰੇਕ ਦੇ ਲੇਬਰ ਲਾਇਆ ਹੋਇਆ, ਜੇ ਕਿਸੇ ਦੇ ਮਾੜਾ ਮੋਟਾ ਨਹੀਂ ਲਾਇਆ ਉਹ ਲਾ ਲਓ, ਉਹ ਤਾਂ ਕੋਈ ਆਪਣੇ ਲਈ ਉਹ ਬੜੀ ਗੱਲ ਨਹੀਂ। ਦੂਸਰਾ ਸਟੈਪ ਉਹਦੇ 'ਚ ਇਹ ਆ ਕਿ ਜਿਹੜੀ ਉੱਪਰਲੀ ਮਿੱਟੀ ਆ ਸਾਡੀ ਤੇ ਹੇਠਲੀ ਮਿੱਟੀ ਆ,
ਡੂੰਘੀ ਮਿੱਟੀ ਆ, ਇਹਦੇ ਦਰਮਿਆਨ ਇੱਕ ਫਰਸ਼ ਲੱਗ ਗਿਆ, ਤਹਿ ਬਣ ਗਈ ਸਖਤ। ਜਿਵੇਂ ਉਹ ਬਣ ਗਈ ਕੱਦੂ ਕਰਨ ਨਾਲ, ਟਰੈਕਟਰਾਂ ਦੀ ਲਤੜ ਨਾਲ, ਜਾਂ ਟਰੈਕਟਰਾਂ ਦੀ ਵਾਈਬ੍ਰੇਸ਼ਨ ਦੇ ਨਾਲ। ਔਰ ਉਹਦਾ ਇਹ ਆ ਕਿ ਦੂਸਰਾ ਸਟੈਪ ਆ ਜਿਹੜਾ, ਉਹ ਇਹ ਆ ਕਿ ਤੁਸੀਂ ਉਹ ਤਹਿ ਤੋੜਨੀ ਆ। ਉਹ ਤਹਿ ਤੋੜਨ ਦੇ ਲਈ ਤੁਹਾਨੂੰ ਇਹ ਕਰਨਾ ਪਊ ਵੀ 3 ਫੁੱਟ ਡੂੰਘਾ ਜਿਹੜਾ ਕਹਿਰਾ ਹਾਲ ਹੁੰਦਾ, ਇੱਕੋ ਹੀ ਹਾਲ ਹੁੰਦਾ ਉਹ। ਹਾਂ, ਕਈ ਵਾਰੀ ਦੇਖਿਆ ਨਾ ਤੁਸੀਂ, ਜਿਹੜੇ ਸੜਕਾਂ ਜਿਹੀਆਂ ਬਣਾਉਂਦੇ ਨੇ ਇਹਨਾਂ ਕੋਲ। ਹਾਂ, ਔਰ ਉਹਦੇ 'ਚ ਕੀ ਆ ਵੀ ਤੁਸੀਂ ਉਹ ਕਹਿਰੇ ਹਲ ਨਾਲ 3 ਫੁੱਟ ਡੂੰਘੀ ਇੱਕ ਵਾਰ ਜ਼ਮੀਨ ਆ ਜਿਹੜੀ ਉਹ ਖੋਦਣੀ ਆ। ਉਹ ਇਹ ਨਹੀਂ ਵੀ ਨਾਲ ਨਾਲ ਲੱਗ ਕੇ ਬਾਉਣੀ ਆ, 3-3 4-4 ਫੁੱਟ ਤੇ ਐ ਨੂੰ ਕੱਢ ਦਿਓ ਉਰੇ, 3-3 4 ਫੁੱਟ ਤੇ ਐ ਨੂੰ ਉਰੇ ਕੱਢ ਦਿਓ। ਜਾਣੀ ਜਿਹਦਾ ਮਤਲਬ ਇਹ ਆ ਕਿ ਉੱਪਰਲੀ ਮਿੱਟੀ ਦਾ ਤੇ ਹੇਠਲੀ ਮਿੱਟੀ ਦਾ, ਉੱਪਰਲੇ ਪਾਣੀ ਦਾ ਤੇ ਹੇਠਲੇ ਪਾਣੀ ਦਾ ਕਨੈਕਸ਼ਨ ਕਰਨਾ ਆਪਾਂ ਨੇ। ਜਿਹੜਾ ਕਨੈਕਸ਼ਨ ਟੁੱਟ ਗਿਆ, ਜਿਵੇਂ ਹੁਣ ਆਮ ਤੌਰ ਤੇ ਤੁਸੀਂ ਦੇਖੋ, ਜਦੋਂ ਪਹਿਲਾ ਪਾਣੀ ਲਾਉਨੇ ਆਪਾਂ ਕਣਕ ਨੂੰ, ਕਣਕ ਪੀਲੀ ਕਿਉਂ ਹੁੰਦੀ ਆ? ਕਣਕ ਉੱਥੇ ਜ਼ਿਆਦਾ ਪੀਲੀ ਹੋਊਗੀ ਜਿੱਥੇ ਪਾਣੀ ਖੜ ਗਿਆ। ਪਾਣੀ ਕਿਉਂ ਖੜਦਾ? ਕਿਉਂਕਿ ਥੱਲੜੀ ਉਹ ਜਿਹੜੀ ਤਹਿ ਆ ਉਹ ਫਰਸ਼ ਬਣ ਗਈ, ਉਹ ਪਾਣੀ ਨੂੰ ਨਹੀਂ ਥੱਲੇ ਜਾਣ ਦਿੰਦੀ। ਮਤਲਬ ਇਹਦੇ ਨਾਲ ਕੀ ਹੋਊਗਾ ਕਿ ਉਹ ਤਹਿ ਤੋੜ ਕੇ ਅਸੀਂ ਮਿੱਟੀ ਦਾ, ਧਰਤੀ ਦਾ ਕਨੈਕਸ਼ਨ ਸੈੱਟ ਕਰ ਦੇਣਾ। ਇਹ ਹੋ ਗਿਆ ਦੂਸਰਾ ਸਟੈਪ। ਉਹਦੇ 'ਚ ਤੀਸਰਾ ਸਟੈਪ ਇਹ ਆ ਕਿ ਜੇ ਤੁਸੀਂ ਜਿਵੇਂ ਆਮ ਤੌਰ ਤੇ ਪਿਛਲੇ ਦਿਨ ਹੀ ਸਾਡੀ 2 ਸਾਲ ਪਹਿਲਾਂ ਹਿਸਾਰ ਯੂਨੀਵਰਸਿਟੀ ਦੇ ਵਿੱਚ ਇੱਕ ਕਾਨਫਰੰਸ ਸੀ ਖੇਤੀ ਤੇ, ਉੱਥੇ ਜਿਹੜਾ ਉਹਨਾਂ ਦਾ ਮੇਨ ਵਿਗਿਆਨੀ ਸੀ, ਉਹ ਕਹਿੰਦਾ ਵੀ ਜਿੱਦੇ ਅਸੀਂ DAP ਪਾਉਣ ਲੱਗੇ ਆ, ਅੱਜ ਉਦੋਂ ਵੱਧ ਸਾਡੀ ਜ਼ਮੀਨ 'ਚ 8 ਗੁਣਾ DAP ਪਿਆ, ਪਰ ਪਾਈ ਅਸੀਂ ਹਜੇ ਵੀ ਜਾਂਦੇ। ਔਰ ਕਦੇ ਤੁਸੀਂ ਸੋਚਿਆ ਹੋਵੇ ਕਿ ਜਿਹੜਾ ਮਤਲਬ ਸਾਡਾ ਖੇਤੀ ਮਹਿਕਮਾ ਜਾਂ ਸਾਡੀ ਖੇਤੀ ਯੂਨੀਵਰਸਿਟੀ ਆ, ਪਹਿਲਾਂ ਕਹਿੰਦੀ ਹੁੰਦੀ ਸੀ ਵੀ ਹਰ ਫਸਲ 'ਚ DAP ਪਾਓ, ਹੁਣ ਇਹ ਸਾਲ 'ਚ ਇੱਕ ਵਾਰ ਕਿਉਂ ਪਵਾਉਣ ਲੱਗ ਗਏ? ਹੁਣ ਇਹ ਆਪ ਹੀ ਕਹਿਣ ਲੱਗ ਗਏ ਨਾ। ਪਰ ਇਹਨਾਂ ਨੇ ਇਹ ਨਹੀਂ ਮੰਨਿਆ ਕਿ ਪਹਿਲਾਂ ਸਾਡੀ ਸਿਫਾਰਿਸ਼ ਗਲਤ ਸੀ, ਹੁਣ ਸਾਡੀ ਸਿਫਾਰਿਸ਼ ਠੀਕ ਆ। ਉਹ ਉਦੋਂ ਵੀ ਕਹਿੰਦੇ ਵੀ ਅਸੀਂ ਸਹੀ ਸੀ, ਹੁਣ ਵੀ ਸਹੀ। ਜਿਹੜਾ DAP ਆ, ਇੱਕ ਐਸਾ ਰੇ ਆ ਜਿਹੜਾ ਘੁਲਣਸ਼ੀਲ ਨਹੀਂ ਹੈਗਾ, ਇਹ ਕੰਪਾਊਂਡ ਬਣਾ ਕੇ ਧਰਤੀ ਦੇ ਵਿੱਚ ਰਹਿੰਦਾ, ਇਹ ਖੁਰਦਾ ਨਹੀਂ ਹੈਗਾ। ਜਿਵੇਂ ਯੂਰੀਆ, ਇਹ ਤਾਂ ਖੁਰ ਜਾਂਦਾ ਨਾਲ ਦੀ ਨਾਲ, ਇਹ ਤਾਂ ਜਾਂ ਹਵਾ ਚ ਉੱਡ ਜੂ, ਜਾਂ ਪਾਣੀ ਨਾਲ ਥੱਲੇ ਵਗ ਜੂ, ਜਾਂ ਕੁਛ ਥੋੜਾ ਮੋਟਾ ਬੂਟਾ ਲੈ ਜੂ। ਜਿੰਨਾ ਤੁਸੀਂ ਪਾਉਨੇ ਹੋ ਯੂਰੀਆ, ਉਹਦਾ 4-5% ਹੀ ਬੂਟਾ ਲੈਂਦਾ, ਬਾਕੀ ਤਾਂ ਸਭ ਇਹ ਵੇਸਟ ਹੀ ਜਾਂਦਾ ਹੁੰਦਾ। 50% ਤੋਂ ਜ਼ਿਆਦਾ ਤਾਂ ਉੱਡਦੇ ਹੀ ਆ, ਬਾਕੀ ਪਾਣੀ ਨਾਲ ਥੱਲੇ ਜਾਂਦਾ ਏ। ਚਲੋ, ਉਹਦਾ ਮਤਲਬ ਕੀ ਆ? ਉਹ ਕਹਿੰਦਾ ਵੀ ਜਿਹੜਾ ਤੁਹਾਡੀ ਧਰਤੀ ਦੇ ਵਿੱਚ ਇਹ ਸਾਰੇ ਰਸਾਇਣ, ਸਾਰੀਆਂ ਜ਼ਹਿਰਾਂ ਪਈਆਂ ਨੇ, ਇਹਨੂੰ ਮਿੱਟੀ ਨੂੰ ਆਪਦੀ ਨੂੰ ਸਾਫ਼ ਕਰ ਦਿਓ। ਜਿਵੇਂ ਆਪਾਂ ਕੱਪੜਾ ਧੋ ਕੇ ਸਾਫ਼ ਕਰ ਦਿੰਦੇ ਹਾਂ, ਇਹਨੂੰ ਉਹ ਵਾਟਰ ਵਾਸ਼ ਕਹਿੰਦੇ ਨੇ, ਵੀ ਪਾਣੀ ਨਾਲ ਮਿੱਟੀ ਧੋ ਦਿਓ। ਪਾਣੀ ਨਾਲ ਮਿੱਟੀ ਕਿਵੇਂ ਧੋਤੀ ਜਾਣੀ ਆ? ਕਿ ਤੁਸੀਂ 10 ਲੀਟਰ, 1 ਕਿੱਲੇ ਦਾ 10 ਲੀਟਰ ਸਲਫਿਊਰਿਕ ਐਸਿਡ ਹੁੰਦਾ ਇੱਕ ਤੇਜ਼ਾਬ, ਜਿਹੜਾ ਜਿਹਦੇ ਨਾਲ ਆਹ ਫੈਟ ਲਾਉਂਦੇ ਨੇ ਆਪਣੇ ਸਾਲੇ ਕਾਲਾ ਜਿਹਾ ਡੇਅਰੀ ਵਾਲੇ, ਵੀ 10 ਲੀਟਰ ਸਲਫਿਊਰਿਕ ਐਸਿਡ ਲੈ ਲਓ, ਉਹਨੂੰ ਇੱਕ ਡਰਮ 'ਚ ਪਾ ਲਓ 200 ਲੀਟਰ ਵਾਲੇ 'ਚ, ਉਹਦੇ 'ਚ ਬਾਕੀ ਪਾ ਲਓ ਪਾਣੀ, ਔਰ ਉਹਦੇ ਵਿੱਚ ਟੂਟੀ ਲਾ ਦਿਓ ਢੋਲ ਦੇ ਵਿੱਚ। ਔਰ ਜਦੋਂ ਤੁਸੀਂ ਉਹ ਕਿੱਲੇ ਨੂੰ ਪਾਣੀ ਦੇਣਾ, ਉਹਦੇ 'ਚ ਟੂਟੀ ਪਾਣੀ 'ਚ ਛੱਡ ਦਿਓ, ਤਾਂ ਕਿ ਉਹ ਸਾਰਾ ਸਲਫਿਊਰਿਕ ਐਸਿਡ ਵਾਲਾ ਪਾਣੀ ਆ ਤੁਹਾਡੇ ਸਾਰੇ ਖੇਤ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਵਗ ਜਾਏ। ਔਰ ਸਾਇੰਸ ਇਹ ਕਹਿੰਦੀ ਆ, ਜਿਹੜੇ ਪੜ੍ਹੇ ਲਿਖੇ ਕੈਮਿਸਟਰੀ ਪੜ੍ਹੀ ਆ ਜਿਹੜੇ ਬੱਚਿਆਂ ਨੇ, ਕਿ ਸਲਫਿਊਰਿਕ ਐਸਿਡ ਇੱਕ ਐਸਾ ਤੇਜ਼ਾਬ ਆ ਜਿਹਦੇ ਨਾਲ ਹਰ ਚੀਜ਼ ਕਿਰਿਆ ਕਰਦੀ ਹੈ। ਔਰ ਉਹ ਕਹਿੰਦੇ ਵੀ ਜਿੰਨੇ ਵੀ ਉਹ ਕੰਪਾਊਂਡ ਪਏ ਨੇ, ਜਿੰਨੀ ਜ਼ਹਿਰ ਪਈ ਆ, ਉਹਨੂੰ ਉਹ ਸਾਲਟ ਦੇ ਵਿੱਚ, ਘੁਲਣਸ਼ੀਲ ਪਦਾਰਥਾਂ ਦੇ ਵਿੱਚ ਬਦਲ ਦੂਗਾ। ਔਰ ਜਿਹਦੇ ਨਾਲ ਜਦੋਂ ਤੁਸੀਂ ਪਾਣੀ ਲਾਓਗੇ, ਥੱਲੜੀ ਤਹਿ ਤੁਸੀਂ ਤੋੜਤੀ, ਉਹ ਤੁਹਾਡੀ ਜਿਹੜੀ ਬੂਟੇ ਨੇ ਉਹਨਾਂ ਦੀਆਂ ਜੜ੍ਹਾਂ ਦੀ ਪਹੁੰਚ ਤੋਂ ਥੱਲੇ ਵਗ ਜੂਗਾ। ਇੱਕ ਵਾਰ ਤੁਹਾਡਾ ਜਿਹੜੀ ਮਿੱਟੀ ਆ ਉਹ ਸਾਫ਼ ਹੋ ਜੂ। ਫਿਰ ਉਹਦਾ ਅਗਲਾ ਸਟੈਪ ਕੀ ਆ? ਅਗਲਾ ਸਟੈਪ ਇਹ ਆ ਕਿ ਤੁਸੀਂ ਜਦੋਂ ਬੱਤ ਆ ਗਿਆ, ਉਹਨੂੰ ਵਾਹੁਣਾ, ਔਰ ਵਾਹੁਣ ਤੋਂ ਬਾਅਦ ਫਿਰ ਉਹਦੇ 'ਚ ਤੁਸੀਂ ਬੈੱਡ ਬਣਾਉਣੇ। ਔਰ ਬੈੱਡ ਇਹ ਬਣਾਉਣਾ ਕਿ ਟਰੈਕਟਰ ਦੇ ਮਤਲਬ ਟਾਇਰਾਂ ਦੇ ਦਰਮਿਆਨ ਜਿੰਨਾ ਜਗ੍ਹਾ, ਉਨਾ ਬੈੱਡ ਬਣਾਉਣਾ। ਔਰ ਟਰੈਕਟਰ ਦਾ ਟਰੈਕਟਰ ਐਸਾ ਹੋਣਾ ਚਾਹੀਦਾ
ਛੋਟਾ ਹੋਵੇ ਜਿਹਦੇ ਟਾਇਰ ਪਤਲੇ ਹੋਣ, ਕਿਉਂਕਿ ਜਿਹੜੀ ਖਾਲੀ ਬਣਨੀ ਆ ਉਹਦੇ 'ਚ ਕੋਈ ਫਸਲ ਨਹੀਂ ਹੋਣੀ, ਫਸਲ ਹੋਣੀ ਆ ਬੈੱਡ ਤੇ। ਔਰ ਜੇ ਅਸੀਂ ਵੱਧ ਤੋਂ ਵੱਧ ਜ਼ਮੀਨ ਦਾ ਉਪਯੋਗ ਕਰਨਾ ਚਾਹੁੰਦੇ ਆ ਤਾਂ ਨਾਲੀ ਜ਼ਿਆਦਾ ਚੌੜੀ ਨਹੀਂ ਹੋਣੀ ਚਾਹੀਦੀ, ਜਿੰਨੀ ਨਾਲੀ ਘੱਟ ਚੌੜੀ ਹੋਊ ਉਨੇ ਬੈੱਡ ਤੁਹਾਡੇ ਵੱਧ ਬਣ ਜਾਣਗੇ। ਯਾਨੀ ਤੁਹਾਡੇ ਖੇਤੀ ਦੇ ਵਿੱਚ ਉਪਯੋਗ ਦੇ ਵਿੱਚ ਜਿਹੜੀ ਹੈ ਜ਼ਮੀਨ ਆ ਉਹ ਜ਼ਿਆਦਾ ਆ। ਉਹਦੇ 'ਚ ਇੱਕ ਅਗਲੀ ਗੱਲ ਇਹ ਆ ਕਿ ਬੈੱਡ ਜ਼ਿੰਦਗੀ 'ਚ ਇੱਕ ਵਾਰ ਹੀ ਬਣਾਉਣਾ, ਮੁੜ ਕੇ ਨਹੀਂ ਟਰੈਕਟਰ ਉਹਦੇ 'ਚ ਬਾੜਨਾ। ਮਤਲਬ ਇਹ ਇੱਕ ਅਜੀਬ ਗੱਲ ਆ ਕਿ ਇੱਕ ਵਾਰ ਜਦੋਂ ਬੈੱਡ ਬਣ ਗਿਆ, ਇਹਦਾ ਮਤਲਬ ਇਹ ਆ ਕਿ ਤੁਸੀਂ ਉਦੋਂ ਬਾਅਦ ਜੇ ਤੁਸੀਂ ਉਹਦੇ ਨਾਲ ਛੇੜਛਾੜ ਜਿਹੜੀ ਜ਼ਮੀਨ ਨਾਲ ਕਰੋਗੇ, ਉਹਦੇ ਨਾਲ ਜ਼ਮੀਨ ਦਾ ਨੁਕਸਾਨ ਹੁੰਦਾ। ਜਿਹੜੇ ਛੋਟੇ ਜੀਵਾਣੂ ਨੇ ਉਹਨਾਂ ਦਾ ਘਰ ਤੁਸੀਂ ਆਏ ਵਾਰ ਨਹੀਂ ਢਾਉਣਾ, ਇੱਕ ਵਾਰ ਬਣਾ ਦਿਓ। ਜਿਵੇਂ ਬੰਦਾ ਆਪਣੀ ਜ਼ਿੰਦਗੀ 'ਚ ਇੱਕ ਵਾਰ ਘਰ ਬਣਾਉਂਦਾ, ਉਹਨਾਂ ਦਾ ਇੱਕ ਵਾਰ ਘਰ ਬਣਾਓ, ਉਦੋਂ ਬਾਅਦ ਉਹ ਛੇੜਨਾ। ਕਰਨਾ ਕੀ ਆ, ਮਤਲਬ ਇੱਕ ਆਮ ਮਤਲਬ ਜੇ ਆਪਾਂ ਦੇਖੀਏ ਸਾਡੇ ਦੋਨਾਂ ਟਰੈਕਟਰ ਦੇ ਟਾਇਰਾਂ ਦੇ ਦਰਮਿਆਨ ਜਿਹੜਾ ਫਰਕ ਆ ਉਹ ਹੈਗਾ 3.5 ਫੁੱਟ ਦਾ। ਤਾਂ ਸਾਡਾ ਬੈੱਡ ਬਣ ਜੂ 3.5 ਫੁੱਟ ਚੌੜਾ, ਔਰ ਉਦੋਂ ਬਾਅਦ ਮਤਲਬ ਜਿਹੜੀ ਹੈਗੀ ਆ ਉਹ ਨਾਲੀ ਬਣ ਜੂ। ਅਗਲਾ ਟਾਇਰ ਫਿਰ ਉਸੇ ਨਾਲੀ 'ਚ ਆ ਜੂ, ਅਗਲਾ ਬੈੱਡ ਬਣ ਜੂ। ਇਸ ਤਰੀਕੇ ਨਾਲ 3.5 ਫੁੱਟ ਔਰ ਨਾਲੀ ਬਣਦੀ ਜਾਊ। ਅਸੀਂ 1 ਕਿੱਲੇ ਦੇ ਪੂਰੇ ਬੈੱਡ ਬਣਾ ਲਾਂਗੇ। ਫਿਰ ਤੁਸੀਂ ਉਹਦੇ ਤੇ 5 ਓਰੇ ਕਣਕ ਦੇ ਕੱਢ ਸਕਦੇ ਹੋ 3.5 ਫੁੱਟ ਦੇ ਵਿੱਚ, 5 ਓਰੇ ਤੁਸੀਂ ਮੂੰਗੀ ਦੇ ਕੱਢ ਸਕਦੇ ਹੋ, 2 ਓਰੇ ਤੁਸੀਂ ਨਰਮੇ ਦੇ ਕੱਢ ਸਕਦੇ ਹੋ, 2 ਓਰੇ ਤੁਸੀਂ ਹਰ ਦੇ ਕੱਢ ਸਕਦੇ ਹੋ। ਜਾਂ ਜਿਹੜੀ ਫਸਲ ਬੀਜਣੀ ਆ ਉਹਦੇ ਮੁਤਾਬਕ ਤੁਸੀਂ ਜਿਹੜੀ ਉਹਦੀ ਲਾਈਨ ਟੂ ਲਾਈਨ ਆ, ਕਤਾਰ ਤੋਂ ਕਤਾਰ ਦਾ ਜਿਹੜਾ ਫਸਲ ਆ ਉਹ ਆਪ ਤੈਅ ਕਰਨਾ ਕਿ ਬੀ ਤੋਂ ਬੀ ਕਿੰਨਾ ਕਰਨਾ। ਜਿਹੜਾ ਇਹ ਜਿਵੇਂ ਆਪਣੇ ਆ ਬੀਟੀ ਲੋਕ ਬੀਜਦੇ ਨੇ ਨਾ, 1 ਪੈਕਟ ਨਾਲ 1 ਕਿੱਲਾ ਚੋਂ ਬਚੂਗਾ ਜਾਣੇ, ਇਸ ਤਰੀਕੇ ਨਾਲ ਜੇ ਕਿਸੇ ਨੇ ਬੀਟੀ ਬੀਜਣ ਹੋਵੇ। ਪਰ ਇਹਦੇ 'ਚ ਇਹ ਆ ਵੀ ਕੁਦਰਤੀ ਜਿਹੜਾ ਇਹ ਪ੍ਰਣਾਲੀ ਆ, ਇਹਦੇ 'ਚ ਇਹ ਮਨਾਹੀ ਆ ਕਿ ਯਾਰ ਬੀਟੀ ਬੀਜ ਨਹੀਂ ਬੀਜਣਾ, ਦੇਸੀ ਬੀਜ ਲਾਉਣਾ, ਉਹਨੂੰ ਕੋਈ ਵੀ ਜਿਹੜੀ ਬਿਮਾਰੀ ਆ ਉਹ ਨਹੀਂ ਲੱਗੂਗੀ। ਉਹਦੇ 'ਚ ਕੀ ਆ, ਮਤਲਬ ਜਦੋਂ ਅਸੀਂ ਫਸਲ ਬੀਜਤੀ ਤਾਂ ਅਸੀਂ ਫਸਲ ਬੀਜਣ ਤੋਂ ਬਾਅਦ ਇੱਕ ਕੰਮ ਕਰਨਾ, ਇਹ ਕਰਨਾ ਕਿ ਜਿੰਨੇ 'ਚ ਅਸੀਂ ਫਸਲ ਬੀਜੀ ਆ ਉਹ ਸਾਡਾ ਸਾਰੇ ਦਾ ਸਾਰਾ ਬੈੱਡ ਅਸੀਂ ਢੱਕਣਾ। ਚਾਹੇ ਉਹ ਛਟੀਆਂ ਕੁੱਟ ਕੇ ਢੱਕੋ, ਚਾਹੇ ਤੁਹਾਡੇ ਕੋਲੇ ਪਰਾਲੀ ਆ ਪਰਾਲੀ ਨਾਲ ਢੱਕੋ। ਮਤਲਬ ਜੇ ਅਸੀਂ ਇਸ ਤਰੀਕੇ ਤੇ ਆਉਂਦੇ ਹਾਂ ਤਾਂ ਪਰਾਲੀ, ਇਹ ਕਹਿੰਦੇ ਨੇ ਅੱਗ ਨਾ ਲਾਓ, ਸਾਨੂੰ ਪਰਾਲੀ ਤੇ ਭਾਲੀ ਨਹੀਂ ਤੇ ਹੋਣੀ। ਉਹ ਢੱਕਣ ਦਾ ਕੀ ਮਤਲਬ ਆ, ਜਦੋਂ ਅਸੀਂ ਬੈੱਡ ਢੱਕ ਦਿੰਦੇ ਹਾਂ ਤਾਂ ਉਹ ਢੱਕਣ ਦੇ 3-4 ਤੁਹਾਨੂੰ ਫਾਇਦੇ ਹੁੰਦੇ ਨੇ। ਇਹ ਕੁਦਰਤੀ ਖੇਤੀ ਦਾ ਜਿਹੜਾ ਸਭ ਤੋਂ ਵਧੀਆ ਸਮਝਣ ਵਾਲੀ ਗੱਲ ਆ ਉਹ ਇਹ ਆ। ਪਹਿਲਾ ਇਹਦਾ ਫਾਇਦਾ ਇਹ ਹੋਊਗਾ ਕਿ ਜਦੋਂ ਤੁਸੀਂ ਫਸਲ ਤੋਂ ਬਿਨਾਂ ਜਿੰਨੀ ਜਿਹੜੀ ਖਾਲੀ ਜ਼ਮੀਨ ਸੀ ਉਹ ਢੱਕਤੀ ਤਾਂ ਇੱਕ ਕੰਮ ਇਹ ਹੋ ਜਾਊਗਾ ਕਿ ਕੋਈ ਉਹਦੇ 'ਚ ਨਦੀਨ ਨਹੀਂ ਹੋਊਗਾ। ਇੱਕ ਫਾਇਦਾ ਨਦੀਨਨਾਸ਼ਕ ਵਾਲਾ ਕੰਮ ਤੁਹਾਡਾ ਖਤਮ, ਢੋਲੀ ਲਾਉਣ ਦੀ ਲੋੜ ਨਹੀਂ। ਦੂਸਰਾ ਉਹਦੇ 'ਚ ਇਹ ਫਾਇਦਾ ਹੋਊਗਾ ਤੁਹਾਡਾ ਕਿ ਜਿਹੜਾ ਪਾਣੀ ਉੱਡਦਾ ਧਰਤੀ ਦੇ ਵਿੱਚੋਂ ਬਾਸ਼ਪੀਕਰਨ ਹੋ ਕੇ, ਜਦੋਂ ਤੁਸੀਂ ਉਹ ਢੱਕਤਾ ਪਾਣੀ ਨਹੀਂ ਉੱਡੂਗਾ ਤੁਹਾਨੂੰ। ਮਤਲਬ ਤੁਸੀਂ 2 ਜਾਂ ਵੱਧ ਤੋਂ ਵੱਧ 3 ਪਾਣੀਆਂ ਨਾਲ ਕਣਕ ਪਾਲ ਲਓ। ਵੈਸੇ ਤਾਂ 2 ਨਾਲ ਹੀ ਪਲ ਜੂ, ਜ਼ਿਆਦਾ ਤੋਂ ਜ਼ਿਆਦਾ 3 ਨਾਲ ਪਲ ਜੂ। ਔਰ ਇੱਕ ਫਾਇਦਾ ਉਹਦਾ ਇਹ ਹੋਊਗਾ ਕਿ ਜੇ ਮੀਂਹ ਪੈਂਦਾ ਤੁਹਾਡਾ ਸਾਰੇ ਦਾ ਸਾਰਾ ਮੀਂਹ ਦਾ ਪਾਣੀ ਤੁਹਾਡੇ ਖੇਤ 'ਚ ਰਹੂਗਾ, ਬਗਾਨੇ ਦੇ ਖੇਤ 'ਚ ਨਹੀਂ ਜਾਊਗਾ। ਔਰ ਉਹਦੇ ਨਾਲ ਤੁਹਾਡੀ ਜ਼ਮੀਨ ਆ ਜਿਹੜੀ ਉਹ ਜ਼ਿਆਦਾ ਉਪਜਾਊ ਹੋਊਗੀ। ਇੱਕ ਜਿਹੜਾ ਸਭ ਤੋਂ ਵੱਧ ਫਾਇਦਾ ਹੋਊਗਾ, ਜਿਹੜਾ ਕਮਾਲ ਦਾ ਫਾਇਦਾ, ਉਹ ਇਹ ਆ ਕਿ ਜਿਹੜਾ ਇਹਦੇ 'ਚ ਸੂਖਮ ਜੀਵਾਣੂ ਹੁੰਦੇ ਨੇ ਜਿਹੜੇ ਮਿੱਟੀ ਦੇ ਵਿੱਚ, ਮਤਲਬ ਉਹ 1 ਗ੍ਰਾਮ ਮਿੱਟੀ ਦੇ ਵਿੱਚ ਅਰਬਾਂ ਦੀ ਗਿਣਤੀ 'ਚ ਹੁੰਦੇ ਨੇ। ਉਹ ਕਹਿੰਦੇ ਵੀ 15 ਤੋਂ 20 ਡਿਗਰੀ ਦਾ ਜਿਹੜਾ ਟੈਂਪਰੇਚਰ ਆ ਉਹਦੇ 'ਚ ਸਭ ਤੋਂ ਜ਼ਿਆਦਾ ਵੱਧਦੇ ਨੇ। ਉਹ ਜੀਵਾਣੂ ਨੂੰ ਵਧਣ ਲਈ ਇੱਕ ਖਾਸ ਕਿਸਮ ਦੇ ਤਾਪਮਾਨ ਦੀ ਲੋੜ ਹੁੰਦੀ ਆ। ਉਹ ਤਾਪਮਾਨ ਹੈਗਾ 15 ਤੋਂ 20 ਤੱਕ ਦਾ। ਵੈਸੇ ਤਾਂ ਗਰਮੀਆਂ 'ਚ ਆਪਣੀ ਮਿੱਟੀ ਦਾ ਤਾਪਮਾਨ 60-60 ਡਿਗਰੀ ਤੱਕ ਵੀ ਪਹੁੰਚ ਜਾਂਦਾ। ਔਰ ਉਹਦੇ 'ਚ ਕੀ ਆ, ਫਿਰ ਉਹ ਮਰਨੇ ਸ਼ੁਰੂ ਹੋ ਜਾਂਦੇ ਨੇ, ਵਧਣ ਨਹੀਂ ਸਕਦੇ। ਜੇ ਤੁਸੀਂ ਬੈੱਡ ਢੱਕਤਾ ਤਾਂ ਤੁਹਾਡੇ ਬੈੱਡ ਦਾ ਟੈਂਪਰੇਚਰ ਤੁਸੀਂ ਮੀਟਰ ਲਾ ਕੇ ਵੀ ਜੇ ਦੇਖੋਗੇ ਤਾਂ ਉਹ 15 ਰਹੂਗਾ ਸਰਦੀਆਂ 'ਚ, 20 ਰਹੂਗਾ ਗਰਮੀਆਂ 'ਚ।
ਇਹਦੇ ਨਾਲ ਜਿਹੜਾ ਮਾਈਕਰੋ ਆਰਗੇਨਿਜ਼ਮ ਜਿਹਨੂੰ ਕਹਿੰਦੇ ਨੇ ਸੂਖਸ਼ਮ ਤੱਤ ਨੇ ਜਿਹੜੇ ਮਿੱਟੀ ਦੇ, ਜਿਹੜੇ ਅਸਲੀ ਖੇਤੀ ਕਰਦੇ ਨੇ, ਜਿਹੜੇ ਫਸਲ ਦੇ ਰਸੋਈਏ ਨੇ, ਜਿਹੜੇ ਫਸਲ ਨੂੰ ਮਿੱਟੀ ਦੇ ਵਿੱਚੋਂ ਮਤਲਬ ਫਾਸਫੋਰਸ ਕਿਵੇਂ ਦੇਣੀ ਆ। ਕਿਉਂਕਿ ਜਿਵੇਂ ਹੁਣ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਨਾ, ਜੇ ਤਾਂ ਜਾਣਦੇ ਨੇ ਕਿ ਦਾਲਾਂ ਦੇ ਵਿੱਚ ਕੀ ਕਰਦੀਆਂ ਨੇ। ਦਾਲਾਂ ਜਿੰਨੀਆਂ ਵੀ ਆਪਾਂ ਬੀਜਦੇ ਹਾਂ ਉਹਨਾਂ ਦੇ ਜੜ੍ਹਾਂ ਦੇ ਨੇੜੇ ਡੋਡੀਆਂ ਹੁੰਦੀਆਂ ਨੇ। ਚਾਹੇ ਤੁਸੀਂ ਗਮਾਰੇ ਦੇ ਦੇਖ ਲਿਓ, ਮੂੰਗੀ ਦੇ ਦੇਖ ਲਿਓ, ਆਪਣੀ ਬਰਸੀਨ ਦੇ ਦੇਖ ਲਿਓ, ਜਾਂ ਜਿੰਨੀਆਂ ਵੀ ਦਾਲਾਂ ਨੇ ਉਹਦੇ 'ਚ ਕੀ ਆ, ਉਹ ਰੋਜੀਅਮ ਨਾਂ ਦਾ ਇੱਕ ਉਹ ਆ ਬੈਕਟੀਰੀਆ ਦਾ। ਉਹ ਕੀ ਕਰਦਾ, ਜਿੰਨੀ ਕੁ ਬੂਟੇ ਨੂੰ ਲੋੜ ਆ ਉਨੀ ਬੂਟੇ ਨੂੰ ਨਾਈਟ੍ਰੋਜਨ ਦੇ ਦਿੰਦਾ, ਜਿਹੜੀ ਬੂਟੇ ਕੋਲੇ ਵੱਧ ਉਹ ਧਰਤੀ ਦੇ ਵਿੱਚ ਫਿਕਸ ਕਰ ਦਿੰਦਾ। ਜਿਹੜੇ ਸੂਖਸ਼ਮ ਜੀਵਾਣੂ ਨੇ ਉਹ ਕੋਈ ਪੋਟਾਸ ਫਿਕਸਰ ਆ, ਕੋਈ ਨਾਈਟ੍ਰੋਜਨ ਫਿਕਸਰ ਆ, ਕੋਈ ਫਾਸਫੋਰਸ ਫਿਕਸਰ ਆ, ਉਹ ਸਾਰੀਆਂ ਚੀਜ਼ਾਂ ਬੂਟੇ ਨੂੰ ਬਣਾ ਕੇ ਦਿੰਦੇ ਨੇ, ਜਿਹਦੇ ਲਈ ਤੁਹਾਨੂੰ ਕੋਈ ਵੀ ਬਨਾਵਟੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਫਿਰ ਬਸ ਇਹ ਆ ਕਿ ਤੁਹਾਡੀ ਫਸਲ ਜਦੋਂ ਪੱਕ ਗਈ ਉਹਨੂੰ ਵੱਢ ਲੈਣਾ ਉਵੇਂ ਜ਼ਿਕਰ, ਔਰ ਉਹਦੇ 'ਚ ਤੁਸੀਂ ਨਵੀਂ ਫਸਲ ਆ ਜਿਹੜੀ ਉਹ ਬੀਜ ਦੇਣੀ। ਨਵੀਂ ਫਸਲ ਤੁਸੀਂ ਬਿਲਕੁਲ ਐਸ ਮਸ਼ੀਨ ਨਾਲ ਬੀਜਣੀ ਆ ਵੀ ਉਹ ਮਾੜੀ ਜੀ ਗਲੀ ਕਰੇ, ਮਾਮੂਲੀ ਜਾਏ, ਮਤਲਬ ਜਿਵੇਂ ਆਪਣੇ ਆਏ ਨਾ ਜ਼ੀਰੋ ਟ੍ਰਿਲ ਵਾਲੀ ਮਸ਼ੀਨ, ਵੀ ਉਹ ਧਰਤੀ ਨੂੰ ਖਰੋਲੇ ਨਾ, ਮਤਲਬ ਉਨਾ ਕੁ ਸਰਾਖ ਕਰੇ ਧਰਤੀ 'ਚ ਜਿਹਦੇ 'ਚ ਬੀਜ ਗਿਰ ਜੇ, ਬਸ ਉਦੋਂ ਵੱਧ ਨਹੀਂ। ਉਹ ਮਲਚਿੰਗ ਹੋਏ ਹਵਾਏ ਢੱਕੇ ਢਕਾਏ ਵੀ ਬੀਜਿਆ ਜਾ ਸਕਦਾ, ਉਹਦੇ 'ਚ ਕੋਈ ਪ੍ਰੋਬਲਮ ਨਹੀਂ। ਉਹਦੇ 'ਚ ਤੁਸੀਂ ਫਸਲਾਂ ਬੀਜੋ, ਉਹਦੇ 'ਚ ਤੁਸੀਂ ਸਬਜ਼ੀਆਂ ਬੀਜੋ, ਇਸ ਤਰੀਕੇ ਨਾਲ ਤੁਸੀਂ ਬਾਗਬਾਨੀ ਵੀ ਕਰ ਸਕਦੇ ਹੋ। ਮਤਲਬ ਇਹਦੇ ਨਾਲ ਕੀ ਆ ਕਿ ਫਿਰ ਇੱਕ ਕੰਮ ਇਹ ਕਰਨਾ ਕਿ ਜਿਹੜਾ ਤੁਸੀਂ ਪਾਣੀ ਦੇਣਾ ਉਹ ਖਾਲੀ ਰਾਹੀਂ ਦੇਣਾ, ਔਰ ਉਹਦੇ 'ਚ ਖਿਆਲ ਸਭ ਤੋਂ ਵੱਧ ਇਹ ਰੱਖਣਾ ਕਿ ਬੈੱਡ 'ਤੇ ਪਾਣੀ ਨਹੀਂ ਚੜ੍ਹਨਾ ਚਾਹੀਦਾ। ਜੇ ਬੈੱਡ 'ਤੇ ਪਾਣੀ ਚੜ੍ਹ ਗਿਆ, ਜਾਇਜ਼ਾ ਬਣਾਇਆ ਜਾਇਜ਼ਾ ਨਾ ਬਣਾਇਆ, ਮੀਂਹ ਦਾ ਪਾਣੀ ਆਜੂ ਕੋਈ ਗੱਲ ਨਹੀਂ, ਪਰ ਜਿਹੜਾ ਨਾਲੀ ਵਾਲਾ ਪਾਣੀ ਆ ਉਹ ਇੰਨਾ ਸਲੋ ਜਾਣਾ ਚਾਹੀਦਾ ਕਿ 3.5 ਫੁੱਟ ਦੇ ਵਿੱਚੋਂ 1.25 ਫੁੱਟ ਇੱਧਰਲੀ ਨਾਲੀ ਰਾਹੀਂ ਪਾਣੀ ਬੈੱਡ 'ਚ ਵੜ ਜੂਗਾ, 1.25 ਫੁੱਟ ਇੱਧਰਲੀ ਨਾਲੀ ਰਾਹੀਂ ਬੈੱਡ 'ਚ ਵੜ ਜੂਗਾ। ਤੁਹਾਡਾ ਬੈੱਡ ਆ ਜਿਹੜਾ ਉਹਦੇ 'ਚ ਨਮੀ ਬਰਕਰਾਰ ਰਹੂਗੀ, ਕਿਉਂਕਿ ਜਿਹੜੀ ਬਨਸਪਤੀ ਆ ਕੋਈ ਵੀ ਇਹ ਪਾਣੀ ਬੰਦੇ ਦੀ ਤਰ੍ਹਾਂ, ਜਾਨਵਰ ਦੀ ਤਰ੍ਹਾਂ, ਪੰਛੀ ਦੀ ਤਰ੍ਹਾਂ ਪੀਂਦੀ ਨਹੀਂ, ਇਹਨਾਂ ਨੂੰ ਸਿੱਲ ਚਾਹੀਦੀ ਹੁੰਦੀ ਆ। ਕੋਈ ਵੀ ਜਿਹੜੀ ਮਤਲਬ ਫਸਲ ਆ ਉਹਨੂੰ ਪਾਣੀ ਨਹੀਂ ਚਾਹੀਦਾ ਹੁੰਦਾ, ਉਹਨੂੰ ਸਿੱਲ ਚਾਹੀਦੀ ਹੁੰਦੀ। ਤੁਸੀਂ ਕੋਈ ਵੀ ਜ਼ਿਮੀਦਾਰ ਆ, ਵੈਸੇ ਤਾਂ ਜਿਹੜਾ ਬੰਦਾ ਕਿਸਾਨ ਆ ਉਹ ਆਪਦੇ ਖੇਤ 'ਚ ਜਦੋਂ ਗੇੜਾ ਮਾਰਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਫਸਲ ਪਾਣੀ ਮੰਗਦੀ ਆ ਜਾਂ ਨਹੀਂ ਮੰਗਦੀ। ਜੇ ਕੋਈ ਮਾਤੜ ਇਹੋ ਜਿਹਾ ਜਿਹਨੂੰ ਨਹੀਂ ਪਤਾ, ਉਹਦੇ ਲਈ ਇੱਕ ਫਾਰਮੂਲਾ ਇਹ ਆ ਵੀ ਜਿਹੜਾ ਤੁਸੀਂ ਉਹਦੇ 'ਤੇ ਮਲਚਿੰਗ ਕੀਤੀ ਹੋਈ ਆ, ਢੱਕਿਆ ਹੋਇਆ, ਉਹਨੂੰ ਥੋੜ੍ਹਾ ਸਾਈਡ 'ਤੇ ਕਰੋ, ਥੱਲਿਓਂ ਮਿੱਟੀ ਪੱਟੋ। ਜੇ ਤਾਂ ਮਿੱਟੀ ਦਾ ਲੱਡੂ ਬਣ ਗਿਆ ਫਿਰ ਪਾਣੀ ਦੀ ਲੋੜ ਨਹੀਂ, ਜੇ ਮਿੱਟੀ ਦਾ ਲੱਡੂ ਨਾ ਬਣਿਆ, ਭੁਰ ਗਿਆ, ਇਹਦਾ ਮਤਲਬ ਪਾਣੀ ਦੀ ਲੋੜ ਆ। ਮਤਲਬ ਪਾਣੀ ਕਿੰਨਾ ਕਾ, ਸਿਰਫ ਲੱਡੂ ਬਣਾਉਣ ਜੋਗਰਾ ਪਾਣੀ ਚਾਹੀਦਾ ਆਪਾਂ ਨੂੰ। ਜਿਹੜਾ ਹੁਣ ਅਸੀਂ ਪਾਣੀ ਜੀਰੀਆਂ 'ਚ ਖੜਾ ਸਾਡੀ ਫਸਲ ਦਾ ਮਤਲਬ ਜਿਹੜੀ ਮਿੱਟੀ ਆ ਨਾ, ਜ਼ਮੀਨ ਆ, ਇਹ ਦੋ ਕਿਸਮ ਦੀ ਹੈ, ਇੱਕ ਪਾਣੀ ਵਾਲੀ, ਇੱਕ ਬਿਨਾਂ ਪਾਣੀ। ਪਾਣੀ ਵਾਲੀ ਮਿੱਟੀ ਉਹਨੂੰ ਕਿਹਾ ਜਾਂਦਾ ਜਿਹੜੀ ਸਮੁੰਦਰ 'ਚ ਆ ਔਰ ਜਿਹੜੀ ਦਰਿਆਵਾਂ 'ਚ ਆ, ਉਹਦਾ ਜਿਹੜਾ ਸੂਖਸ਼ਮ ਜੀਵਾਣੂ ਆ ਉਹਦਾ ਸਿਸਟਮ ਅਲੱਗ ਆ। ਜਿਹੜੀ ਇਹ ਬਿਨਾਂ ਪਾਣੀ ਵਾਲੀ ਮਿੱਟੀ ਆ ਇਹਦਾ ਸਿਸਟਮ ਕੁਦਰਤ ਨੇ ਅਲੱਗ ਬਣਾਇਆ। ਜਦੋਂ ਅਸੀਂ ਇਹਦੇ 'ਤੇ ਪਾਣੀ ਖੜਾ ਦਿੰਦੇ ਹਾਂ ਤਾਂ ਇਹਦਾ ਮਤਲਬ ਆ ਅਸੀਂ ਉਹ ਜਿਹੜੇ ਉਹਦਾ ਕੁਦਰਤ ਦਾ ਜਿਹੜਾ ਨਿਜ਼ਾਮ ਬਣਾਇਆ ਹੋਇਆ, ਕੁਦਰਤ ਦਾ ਜਿਹੜਾ ਤਰੀਕਾਕਾਰ ਬਣਾਇਆ ਹੋਇਆ, ਉਹਨੂੰ ਅਸੀਂ ਖਰਾਬ ਕਰ ਦਿੰਦੇ। ਤਾਂ ਤੁਹਾਡੀ ਜਿਹੜੀ ਪਹਿਲੇ ਸਾਲ ਵੀ ਤੁਹਾਡੀ ਜਿਹੜੀ ਮਤਲਬ ਫਸਲ ਆ ਉਹ ਬਹੁਤ ਜ਼ਿਆਦਾ ਨਹੀਂ ਘਟੂਗੀ। 2 ਫਸਲਾਂ ਬਾਅਦ ਜਿਹੜੀ ਤੁਹਾਡੀ ਜਿਹੜਾ ਝਾੜ ਆ ਉਹ ਪੂਰਾ ਹੋਣਾ ਸ਼ੁਰੂ ਹੋ ਜੂ, ਔਰ ਉਦੋਂ ਅੱਗੇ ਜਾ ਕੇ ਤੁਹਾਡਾ ਝਾੜ ਆ ਜਿਹੜਾ ਹੈ ਵਧਣਾ ਸ਼ੁਰੂ ਹੋ ਜੂ। ਮਤਲਬ ਇਹ ਇੱਕ ਨਵੇਂ ਤਰੀਕੇ ਦੀ ਖੇਤੀ ਆ। ਇਹਦੇ 'ਚ ਕੀ ਆ, ਕੰਮ ਆ 2 ਵਾਰ, ਕਿ ਜਦੋਂ ਤੁਸੀਂ ਫਸਲ ਬੀਜਣੀ ਆ ਉਦੋਂ ਤੁਸੀਂ ਢੱਕਣੀ ਆ, ਤਾਂ ਇਹ ਕੰਮ ਆ, ਜਾਂ ਜਦੋਂ ਤੁਸੀਂ ਵੱਢਣੀ ਆ ਉਦੋਂ ਕੰਮ ਆ। ਦਰਮਿਆਨ 'ਚ ਤੁਹਾਨੂੰ ਨਾ ਤਾਂ ਕੋਈ ਸਪਰੇਅ ਕਰਨ ਦੀ ਲੋੜ ਆ, ਨਾ ਤੁਹਾਨੂੰ ਕੱਖ ਕੱਢਣ ਦੀ ਲੋੜ ਆ, ਕੋਈ ਕੰਮ ਨਹੀਂ ਹੈਗਾ। ਇਸ ਕਰਕੇ ਜਿਹੜੇ ਨੌਜਵਾਨ ਮੁੰਡੇ ਨੇ, ਜਿਨ੍ਹਾਂ ਨੂੰ ਇਹ ਪੁਰਾਣੀ ਕੁਦਰਤੀ ਖੇਤੀ ਲਈ ਵੀ ਗੋਹਾ ਘੋਲ ਲਓ ਜੀ, ਪਿਸ਼ਾਬ ਘੋਲ ਲਓ ਜੀ, ਫਲਾਨਾ ਕਰ ਲਓ, ਧੀਕੜਾ ਕਰ ਲਓ, ਉਹ ਵਾਲਾ ਇਹ ਕੰਜਰਖਾਨਾ ਨਹੀਂ ਹੁੰਦਾ ਸਰ। ਇਹਦੇ 'ਚ ਇਹੋ ਜਿਹਾ ਕੁਛ ਨਹੀਂ ਕਰਨ ਦੀ ਜ਼ਰੂਰਤ। ਇਸ ਕਿਸਮ ਦੀ ਖੇਤੀ
ਚਾਹੇ ਇਹਦੇ ਤੇ ਸਬਜ਼ੀ ਬੀਜ ਲਓ, ਚਾਹੇ ਇਹਦੇ 'ਚ ਤੁਸੀਂ ਮਤਲਬ ਕੋਈ ਵੀ ਫਸਲ ਕਰ ਲਓ। ਫਸਲ ਜਿੰਨੀ ਸਿੱਧੀ ਰੱਖੋਗੇ ਉਨੀ ਵਧੀਆ ਹੋਊਗੀ, ਕਿਉਂਕਿ ਉਹਨੂੰ ਧੁੱਪ ਮਿਲੂਗੀ ਔਰ ਉਹਨੂੰ ਮਤਲਬ ਜਿਹੜਾ ਹੈਗਾ ਹਵਾ ਮਿਲੂਗੀ। ਜਿਹੜੇ ਜ਼ਿਆਦਾ ਤੇਲੇ ਤੂਲੇ ਲੱਗਦੇ ਨੇ ਇਹ ਸੰਘਣੀਆਂ ਫਸਲਾਂ ਕਰਕੇ ਲੱਗਦੇ ਨੇ, ਕਿਉਂਕਿ ਨਾ ਉਹਦੇ 'ਚ ਪੂਰੀ ਹਵਾ ਮਿਲਦੀ ਆ, ਨਾ ਉਹਦੇ 'ਚ ਪੂਰੀ ਰੋਸ਼ਨੀ ਪੈਂਦੀ ਆ। ਇੱਕ ਗੱਲ ਲਾਸਟ 'ਚ ਮੈਂ ਇਹ ਗੱਲ ਤੁਹਾਨੂੰ ਸਾਇੰਸ ਦੀ ਦੱਸਣਾ ਚਾਹੁੰਦਾ ਕਿ ਕੋਈ ਵੀ ਜਿਹੜਾ ਬੂਟਾ ਉਹ 95% ਜਿਹੜੀ ਖੁਰਾਕ ਆ ਉਹ ਹਵਾ ਤੇ ਧੁੱਪ 'ਚੋਂ ਲੈਂਦਾ, 5% ਖੁਰਾਕ ਉਹਨੇ ਧਰਤੀ 'ਚੋਂ ਲੈਣੀ ਆ। ਧਰਤੀ 'ਚੋਂ ਉਹਨੇ ਦੋ ਚੀਜ਼ਾਂ ਹੀ ਲੈਣੀਆਂ ਨੇ, ਇੱਕ ਮਿਨਰਲ ਲੈਣੇ ਨੇ ਔਰ ਇੱਕ ਪਾਣੀ ਲੈਣਾ। ਹੋਰ ਕੋਈ ਚੀਜ਼ ਅਸੀਂ ਸਾਰੀਆਂ ਚੀਜ਼ਾਂ ਹੀ ਧਰਤੀ 'ਚ ਪਾਈ ਜਾਂਦੇ ਹਾਂ। ਦੇ DAP, ਦੇ ਯੂਰੀਆ, ਦੇ ਪੋਟਾਸ, ਦੇ ਜ਼ਿੰਕ, ਦੇ ਲੋਹਾ, ਜੇ ਮਤਲਬ ਜੇ ਇਸ ਤਰੀਕੇ ਦੀ ਅਸੀਂ ਖੇਤੀ ਕਰਦੇ ਹਾਂ ਤਾਂ ਇੱਕ ਤਾਂ ਇਹ ਆ ਵੀ ਅਸੀਂ ਕਾਰਪੋਰੇਟ 'ਤੇ ਨਿਰਭਰ ਨਹੀਂ ਰਹਾਂਗੇ, ਉਹਦੀਆਂ ਦੁਕਾਨਾਂ ਬੰਦ ਕਰਾਉਣ 'ਚ ਆਪਾਂ ਕਾਮਯਾਬ ਹੋ ਜਾਵਾਂਗੇ। ਅਸਲੀ ਜੇ ਕਾਰਪੋਰੇਟ ਵਿਰੋਧੀ ਕੰਮ ਕਰਨਾ ਉਹ ਇਹ ਆ। ਔਰ ਦੂਸਰਾ ਇਹ ਆ ਕਿ ਜਦੋਂ ਅਸੀਂ ਜ਼ਹਿਰਾਂ ਪਾਉਣੀਆਂ ਛੱਡਤੀਆਂ ਸਾਡਾ ਵਾਤਾਵਰਨ ਵੀ ਠੀਕ ਰਹੂ, ਸਾਡੀ ਸਿਹਤ ਵੀ ਠੀਕ ਰਹੂ, ਡਾਕਟਰਾਂ ਤੋਂ ਵੀ ਖਹਿੜਾ ਛੁੱਟੂ, ਫਿਰ ਕਰੋਨਾ ਦੇ ਟੀਕੇ ਲਵਾਉਣ ਦੀ ਕੋਈ ਲੋੜ ਨਹੀਂ। ਤੁਹਾਡੀ ਇਮਿਊਨਿਟੀ ਆ ਜਿਹੜੀ ਉਹ ਆਪਣੇ ਆਪ ਮਜ਼ਬੂਤ ਹੋਊਗੀ। ਸੋ ਲਾਸਟ ਦੇ ਵਿੱਚ ਮੈਂ ਇੱਕੋ ਹੀ ਬੇਨਤੀ ਕਰਕੇ ਆਪਣੀ ਗੱਲ ਨੂੰ ਸਮਾਪਤ ਕਰਦਾ ਕਿ ਹਰ ਪਿੰਡ ਦੇ ਵਿੱਚ ਤੁਸੀਂ ਭਾਵੇਂ ਯਾਰ 2-2 4-4 ਜਾਣੇ ਇਕੱਠੇ ਹੋ ਕੇ ਕਰੋ, ਚਾਹੇ ਇਕੱਲਾ ਕਰ ਲਓ। ਕੁਛ ਕਿੱਲੇ ਜਿਹੜੇ 2-3 ਕਿੱਲੇ ਆ ਜਿਹੜੇ, ਚਾਹੇ 1 ਕਿੱਲਾ ਕਰੋ, ਹੇਠ ਡਿਜ਼ਾਈਨ ਦੀ ਖੇਤੀ ਕਰਕੇ ਪਿੰਡ 'ਚ ਤੁਸੀਂ ਇਹਦਾ ਟਰਾਇਲ ਲਾਓ ਜ਼ਰੂਰ। ਔਰ ਅਗਰ ਉਹ ਟਰਾਇਲ ਜਦੋਂ ਕਾਮਯਾਬ ਹੋ ਗਿਆ ਫਿਰ ਆਪਣੇ ਆਪ ਹੀ ਜਿੰਨਿਆਂ ਨੇ ਉਹ ਟਰਾਇਲ ਲਾਇਆ ਹੋਊਗਾ, ਮਤਲਬ ਮੈਂ ਤਾਂ ਇਹ ਵੀ ਕਹਿਣਾ ਵੀ ਜੇ ਤੁਸੀਂ 6 ਜਾਣੇ 2 ਕਿੱਲੇ ਠੇਕੇ ਤੇ ਲੈ ਕੇ ਵੀ ਕਰ ਲਓ ਕਿਸੇ ਆਪਣੇ ਦੋਸਤ ਦੀ, ਤੇ ਉਹਦੇ 'ਚ ਕੀ ਆ, ਉਹਦੇ 'ਚ ਤੁਸੀਂ 6 ਜਾਣੇ ਕੰਮ ਕਰੋ ਔਰ ਉਹਦੇ 'ਚ ਸਾਰੀਆਂ ਚੀਜ਼ਾਂ ਕਰ ਲਓ। ਮਤਲਬ ਉਹਦੇ 'ਚ ਅਨਾਜ ਵੀ ਪੈਦਾ ਕਰ ਲਓ, ਦਾਲਾਂ ਵੀ ਪੈਦਾ ਕਰ ਲਓ, ਸਬਜ਼ੀਆਂ ਵੀ ਪੈਦਾ ਕਰ ਲਓ, ਸਭ ਕੁਝ ਪੈਦਾ ਕਰ ਸਕਦੇ ਹੋ ਤੁਸੀਂ। ਇੱਕ ਬੈੱਡ 'ਤੇ ਅਲੱਗ-ਅਲੱਗ ਇਹਦੇ 'ਚ ਡਿਜ਼ਾਈਨ ਨੇ ਐਸੇ, ਉਹ ਅੱਗੇ ਆਪਾਂ ਡਿਟੇਲ 'ਚ ਗੱਲ ਕਰ ਸਕਦੇ ਹਾਂ ਕਿ ਛੋਟੇ ਕੱਦ ਦੀ ਫਸਲ ਉਦੋਂ ਵੱਡੇ ਕੱਦ ਦੀ ਫਸਲ ਉਦੋਂ ਵੱਡੇ ਦੀ, ਤਾਂ ਕਿ ਇੱਕ ਦੂਸਰੇ ਨੂੰ ਛਾਂ ਨਾ ਆਵੇ, ਧੁੱਪ ਫਸਲ ਨੂੰ ਮਿਲਣੀ ਚਾਹੀਦੀ ਆ। ਬਨਸਪਤੀ ਦੇ ਵਿੱਚ ਜੜ੍ਹਾਂ 'ਚ ਕਦੇ ਲੜਾਈ ਨਹੀਂ ਹੁੰਦੀ, ਬਨਸਪਤੀ ਦੀ ਲੜਾਈ ਹੁੰਦੀ ਆ ਉੱਤੇ ਹੁੰਦੀ ਆ। ਉਹ ਕਾਹਦੇ ਲਈ? ਧੁੱਪ ਲਈ, ਕਿਉਂਕਿ ਸਭ ਤੋਂ ਵੱਧ ਇਹਨੂੰ ਸੂਰਜ ਦੀ ਧੁੱਪ ਚਾਹੀਦੀ ਆ। ਇਸ ਕਰਕੇ ਇਹ ਡਿਜ਼ਾਈਨ 'ਤੇ ਜੇ ਤੁਸੀਂ ਕੰਮ ਕਰਦੇ ਹੋ, ਔਰ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਆਪਣੇ ਪਿੰਡ ਦੇ ਵਿੱਚ ਇੱਕ ਐਸੀ ਜਥੇਬੰਦੀ ਵੀ ਬਣਾਓ ਯਾਰ ਜਿਹੜੀ ਇਹ ਕੰਮ ਕਰੇ। ਮਤਲਬ ਆਪਾਂ ਕਹਿੰਦੇ ਵੀ ਠੀਕ ਆ, ਧਰਨੇ ਮੁਜ਼ਾਹਰੇ ਦੇਣੇ ਵੀ ਜ਼ਰੂਰੀ ਨੇ, ਉਹ ਵੀ ਆਪਾਂ ਕੰਮ ਕਰਾਂਗੇ। ਉਹਦੇ ਲਈ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਆਪਾਂ ਉਹਨਾਂ ਦਾ ਸਾਥ ਦਿਓ, ਅਸੀਂ ਵੀ ਉਹਨਾਂ ਦੇ ਨਾਲ ਆ, ਆਪਾਂ ਸਾਰੇ ਮਿਲ ਕੇ ਉਹਨਾਂ ਦਾ ਸਾਥ ਦੇਈਏ। ਲੇਕਿਨ ਇੱਕ ਐਸੀ ਜਥੇਬੰਦੀ ਵੀ ਬਣਾ ਲਓ ਯਾਰ ਜਿਹੜੀ ਇਹ ਕੰਮ ਕਰੇ, ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ। ਸਾਡੀ 2 ਪਿੰਡਾਂ ਦੀ ਤਾਂ ਅੱਜ ਹੀ ਲਿਖੋ ਜੀ, 5-5 ਬੰਦੇ ਸਾਡੇ ਮਲ ਸਿੰਘ ਵਾਲੀ ਦੇ ਬਰਿਆਂ ਦੀ ਤਾਂ ਠੀਕ ਆ ਜੀ। ਜਥੇਦਾਰ ਜੀ ਨੇ ਕਹਿ ਦੇਣਾ। ਹਾਂ ਨਹੀਂ ਉਹਦੇ ਲਿਖਣ ਵਾਲੀ ਗੱਲ ਨਹੀਂ, ਆਪਾਂ ਬੈਠ ਕੇ ਚਰਚਾ ਕਰਦੇ ਕੋਈ ਵੀ ਤੁਸੀਂ ਸਾਥ ਦੇਵਾਂਗੇ ਜੀ। ਜੀਰੀ ਲਗਾਵਾਂਗਾ ਜੀ ਮੈਂ ਖੁਦ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੇਰਾ ਸਵਾਲ ਹੈ ਜੀ, ਜਿਵੇਂ ਤੁਸੀਂ ਫਸਲ ਬੀਜਣ ਦੀ ਗੱਲ ਕਰ ਰਹੇ ਹੋ, ਫਸਲ ਨੂੰ ਆਪਾਂ ਢੱਕ ਨਹੀਂ ਸਕਦੇ ਜੀ। ਜਿਵੇਂ ਮਤਲਬ ਆਪਾਂ ਬੱਲ ਵਾਲੀ ਤਾਂ ਮੈਂ ਢਕਾਈ ਹੋਈ ਹੈ ਜੀ। ਹੁਣ ਵੀ ਮੇਰੇ ਕੋਲ ਕਸਟਮਰ ਹੈਗੇ ਜੀ ਚੂੜੀਏ ਪਿੰਡ ਦੇ, ਕਿ ਅਸੀਂ ਬੱਲ ਦੇ ਪੋਲੀਥੀਨ ਦੇ ਕੇ 3.5 ਫੁੱਟ ਤੇ ਨਹੀਂ ਪੋਲੀਥੀਨ ਨਾਲ ਤਾਂ ਟੱਕਣੀ ਨਹੀਂ ਰਾਜੇ। ਨਹੀਂ ਜਿਸ ਤਰ੍ਹਾਂ ਤੁਸੀਂ ਮਤਲਬ ਕਾਗਜ਼ ਨਾਲ ਫਿਰ ਉਹ ਨਾ ਕਾਗਜ਼ ਵਾਲਾ ਤਾਂ ਕੰਮ ਨਹੀਂ ਕਰਨਾ ਇਹਦੇ 'ਚ ਜੀ, ਫਿਰ ਨਦੀਨ ਹਰਾ ਹੁਣ ਹਟਦਾ ਨਹੀਂ। ਜੇ ਤੁਸੀਂ ਮਤਲਬ ਇੱਕ ਮਿੰਟ, ਉਹਦੇ 'ਚ ਕੀ ਆ ਢੱਕਣ ਦੇ, ਜਿਹੜੀ ਮਲਚਿੰਗ ਆ ਇਹਦੇ 2 ਤਰੀਕੇ ਨੇ ਢੱਕਣ ਦੇ। ਜਿਵੇਂ ਪਰਾਲੀ ਦੇ ਛਟੀਆਂ ਕੇ ਪਰਾਲੀ ਕੁੱਟ ਕੇ ਇੱਕ ਮਿੰਟ ਇਹਦੇ 'ਚ ਕੀ ਆ ਨਾ, ਇਹਦੇ ਢੱਕਣ ਦੇ 2 ਤਰੀਕੇ ਨੇ, ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ ਇੱਕ ਤਾਂ ਹੈਗੀ ਆ ਜਿਹਨੂੰ ਲਾਈਵ ਮਲਚਿੰਗ ਕਹਿੰਦੇ ਨੇ, ਇੱਕ ਹੈਗੀ ਆ ਡੈਡ ਮਲਚਿੰਗ ਅੰਗਰੇਜ਼ੀ ਦੇ ਵਿੱਚ। ਡੈਡ ਮਲਚਿੰਗ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੋਲੇ ਕਿਸੇ ਤੁਹਾਡੀ ਫਸਲ ਕੋਈ ਜਿਹੜੀ ਪਈ ਆ, ਮਤਲਬ ਤੁਸੀਂ ਬਾਜਰਾ ਬੀਜਿਆ ਹੋਇਆ, ਬਾਜਰੇ ਦੀ ਟਾਂਡੀ ਪਈ ਆ ਤੁਹਾਡੇ ਕੋਲੇ, ਮੱਕੀ ਬੀਜੀ ਆ, ਮੱਕੀ ਦੀ ਟਾਂਡੀ ਪਈ ਆ, ਜੇ ਤੁਸੀਂ ਨਰਮਾ ਲਾਇਆ ਵਾ ਨਰਮੇ ਦੀਆਂ ਛੱਟੀਆਂ ਪਈਆਂ ਨੇ, ਉਹਦੇ ਨਾਲ ਤੁਸੀਂ ਢੱਕੋ। ਹਾਂਜੀ ਠੀਕ ਆ ਜੀ। ਹਾਂ ਜਿਹੜੇ ਨੇ ਜਾਣਾ ਬਾਜ਼ਾਰ ਫਿਰ ਲੇਟ ਨਾ ਹੋ। ਧੰਨਵਾਦ ਜੀ ਤੁਹਾਡਾ।